मैनू प्यार करन दी दाता जाच सिखा दे। मैनू प्यार करन दी दाता जाच सिखा दे। कद बैर ईरखा ना मन विच आवे। कद बैर ईरखा ना मन विच आवे। दुख कट दुनिया दे बंड खुशियां खेड़े। दुख कट दुनिया दे बंड खुशियां खेड़े। अरदास दातिया चरना विच तेरे। अरदास दातिया चरना विच तेरे। जिस घर छां है नहीं उस घर रुख होवे। जिस घर छां है नहीं उस घर रुख होवे। जिस घर पुत है नहीं उस घर पुत होवे। जिस घर पुत है नहीं उस घर पुत होवे। दे खुशियां दे बंड खुशियां खेड़े। अरदास दातिया चरना विच तेरे। अरदास दातिया चरना विच तेरे। इस दुनिया विच कोई गरीब ना होवे। इस दुनिया विच कोई गरीब ना होवे। ना कोई होवे ऐसा जिन्नू रोटी नसीब ना होवे। ना कोई होवे ऐसा जिन्नू रोटी नसीब ना होवे। कर मेरा सब ते मेरे सतगुर प्यारे। चरना विच तेरे। अरदास गुरु प्यारी साध संगत जी, सतगुर स्टेज ते विराजमान हो गए हैं। कर रहा हाँ कि जिन्हें मेरे वीर को मोबाइल है स्विच ऑफ कर दें और वीडियो भी ना बना। गुरु प्यारी साध संगत जीओ मोबाइलों का हेलो हेलो जन्म दिहाड़ा मेरे सोने गुरां दा। जन्म दिहाड़ा मेरे सोने गुरां दा। संगतां नूं चढ़ दे। बाणी साहिब श्री गुरु रविदास जी महाराज शब्द 12वां। क्या सोया तो जाग दीवाना। रूठी जून सत कर जाना। क्या सोया तो जाग दीवाना। रूठी जून सत कर जाना। ये पवित्र बाणी जगत गुरु श्री गुरु रविदास जी महाराज जी है। गुरु साहब जी बड़े प्यार दे नाल फरमा रहे ने कि आ तू सोया जाग दीवाना। साढ़े विचों कोई सुता होवे तो असीं कह दिंदे उस नूं उठाईए तो कहंदा मैं जागदा हाँ। लेकिन संतां दी बाणी दे मुताबक सारे असीं सुते होया मोह माया दी नींद विच। गुरु साहब जी फरमा रहे ने क्या तू सोया जाग दीवाना। सारी सारी उम्र असीं सौं के कढ़ लईआं अपणियां। जिस मकसद वास्ते सानू ये मनुष्य जन्म मिलिया सी, इस दुनिया में आए सी असी, उस तो असी बहुत दूर रह गए सी। क्या तू सोया जाग दीवाना।
ਦੀਵਾਨੇ ਕਰਕੇ ਕਹਿ ਰਹੇ ਸਨ, ਝੂਠੀ ਜਿਉਣ ਸਤ ਕਰ ਜਾਣਾ। ਜਿਸ ਜੂਨ ਵਿੱਚ ਅਸੀਂ ਜੀ ਰਹੇ ਹਾਂ ਇਹ ਝੂਠੀ ਹੈ। ਆਖਰ ਇੱਕ ਦਿਨ ਇਸ ਨੇ ਚਲੇ ਜਾਣਾ। ਇਸ ਦੁਨੀਆ ਵਿੱਚ ਪੈਦਾ ਹੋਏ ਅਸੀਂ ਆਪਣੇ ਮਕਸਦ ਵਾਸਤੇ, ਸਾਨੂੰ ਇਹ ਮਨੁੱਖਾ ਜਨਮ ਮਿਲਿਆ ਸੀ। ਇਸ ਮਨੁੱਖਾ ਜਨਮ ਵਿੱਚ ਬੈਠ ਕੇ ਅਸੀਂ ਇਸ ਕਾਲ ਦੇ ਦੇਸ਼ ਵਿੱਚੋਂ ਆਪਣੇ ਦੇਸ਼ ਜਾ ਸਕਦੇ ਹਾਂ, ਕਿਉਂਕਿ ਮਿਲਿਆ ਹੀ ਸਾਨੂੰ ਇਹ ਮਨੁੱਖਾ ਜਨਮ। ਬਹੁਤ ਸਾਡੇ ਭਾਗ ਹੋਏ ਉੱਚੇ, ਫਿਰ ਸਾਨੂੰ ਇਹ ਮਨੁੱਖ ਜਾਮਾ ਮਿਲਿਆ। ਕਈ ਜਨਮ ਭਾਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਸਾਡੇ ਸੱਪਾਂ ਦੇ ਵੀ ਆਏ ਹੋਣਗੇ। ਕਈ ਜਨਮ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਸਾਡੇ ਸੱਪਾਂ ਦੇ ਵੀ ਆਏ ਹੋਣਗੇ। 84 ਦੇ ਵਿੱਚ, ਇਸ ਵੇਲੇ ਵੀ ਅਸੀਂ 84 ਦੇ ਵਿੱਚ ਬੈਠੇ ਹੋਏ ਹਾਂ। ਸੰਤ ਮਹਾਂਪੁਰਸ਼ ਦੁਨੀਆ ਤੇ ਆਏ, ਆਪਣਾ ਆਪਣਾ ਹੋਕਾ ਦੇ ਕੇ ਚਲੇ ਗਏ, ਲੇਕਿਨ ਸਾਡੇ ਵਿੱਚ ਕੋਈ ਫਰਕ ਨਹੀਂ ਆਇਆ, ਕੋਈ ਫਰਕ ਨਹੀਂ ਪਿਆ ਸਾਨੂੰ। ਅਸੀਂ ਮਨ ਮਰਜ਼ੀਆਂ ਦੇ ਨਾਲ ਆਪਣੇ ਕੰਮ ਕਰ ਰਹੇ ਹਾਂ। ਦਿਨ ਰਾਤ ਅਸੀਂ ਗਲਤ ਕੰਮਾਂ ਵਿੱਚ ਲੱਗੇ ਹੋਏ ਹਾਂ। ਸੰਤ ਮਹਾਂਪੁਰਸ਼ ਦੁਨੀਆ ਦੇ ਸਭ ਦੇ ਸਾਂਝੇ ਹੁੰਦੇ, ਇੱਕ ਵਰਗ ਦੇ ਨਹੀਂ ਹੁੰਦੇ, ਸਾਰਿਆਂ ਦੇ ਸਾਂਝੇ ਹੁੰਦੇ ਨੇ। ਔਰ ਸਾਰਿਆਂ ਨੂੰ ਸਾਂਝੀ ਉਹ ਆਪਣੀ ਬਾਣੀ ਸੁਣਾਉਂਦੇ ਆ ਵੀ ਤੁਸੀਂ ਅਗਰ ਦੁਨੀਆ ਵਿੱਚ ਆਏ ਹੋ ਆਪਣਾ ਕੁਛ ਬਣਾ ਲਈਏ। 84 ਲੱਖ ਜੂਣ ਭੁਗਤ ਕੇ ਫਿਰ ਸਾਨੂੰ ਇਹ ਮਨੁੱਖ ਜਾਮਾ ਮਿਲਿਆ। 84 ਕਹਿਣੀ ਬਹੁਤ ਸੌਖੀ ਹੈ, ਲੇਕਿਨ ਭੁਗਤਣੀ ਬਹੁਤ ਔਖੀ ਹੈ। 84 ਲੱਖ ਜੂਣ ਭੁਗਤ ਕੇ ਸਾਨੂੰ ਇਹ ਮਨੁੱਖ ਜਾਮਾ ਮਿਲਿਆ ਇਸ ਵਾਸਤੇ ਸੀ, ਉਸ ਪ੍ਰਭੂ ਦੀ ਭਗਤੀ ਕਰਕੇ ਅਸੀਂ ਮਾਲਕ ਆਪਣੇ ਸਤਿਪੁਰਸ਼ ਦੇ ਪਾਸ ਚਲੇ ਜਾਈਏ। ਸਾਡਾ ਦੇਸ਼ ਨਹੀਂ, ਇਹ ਕਾਲ ਦਾ ਦੇਸ਼ ਹੈ। ਇਸ ਦੇਸ਼ ਦੇ ਵਿੱਚ ਕੋਈ ਸੁਖੀ ਨਹੀਂ ਰਹਿ ਸਕਦਾ। ਜਾਓ ਦੇਖ ਲਓ, ਕੋਈ ਸੁਖੀ ਹੈ? ਇਹ ਕਾਲ ਦਾ ਦੇਸ਼ ਹੈ, ਸਾਡਾ ਦੇਸ਼ ਨਹੀਂ। ਸਾਡਾ ਦੇਸ਼ ਕੋਈ ਹੋਰ ਹੈ। हम उस देश के वासी हैं जहाँ पार ब्रह्म का खेल, दीवा भले अगम का बिन बाती बिन तेल। इस देश ਦੇ ਵਿੱਚ ਗਮ ਦੇ ਦੀਵੇ ਬਲ ਰਹੇ ਨੇ, ਘਰ ਘਰ ਵਿੱਚ ਗਮ ਹੈ, ਦੁੱਖ ਹੈ ਹਰ ਇੱਕ ਨੂੰ। ਕਿਸੇ ਨੂੰ ਪੁੱਛ ਕੇ ਦੇਖ ਲਓ ਤੁਸੀਂ, ਗਮਾਂ ਦੇ ਵਿੱਚ ਡੁੱਬੇ ਹੋਏ ਅਸੀਂ। हम उस देश के वासी हैं जहाँ पार ब्रह्म का खेल। ਇਹ ਸਾਡਾ ਦੇਸ਼ ਨਹੀਂ, ਲੇਕਿਨ ਸਤਿਪੁਰਸ਼ ਨੇ ਸਾਡੇ ਤੇ ਦਇਆ ਕੀਤੀ। ਆਪਣੇ ਉਸ ਨੇ ਨੁਮਾਇੰਦੇ ਭੇਜੇ, ਸੰਤ ਮਹਾਂਪੁਰਸ਼ ਆਏ ਦੁਨੀਆ ਦੇ ਵਿੱਚ ਸਾਨੂੰ ਸਮਝਾਉਣ ਵਾਸਤੇ। ਜਾਓ, ਜੀਵਨ ਨੂੰ ਸਮਝਾਓ, ਬੁਝਾਓ, ਅੱਛੇ ਰਸਤੇ ਪਾ ਕੇ ਆਪਣੇ ਦੇਸ਼ ਲੈ ਕੇ ਆਓ। ਆਏ ਸੰਤ ਮਹਾਂਪੁਰਸ਼, ਆਏ, ਆਪਣਾ ਹੋਕਾ ਦੇ ਕੇ ਚਲੇ ਗਏ। ਲੇਕਿਨ ਅਸੀਂ ਉੱਥੇ ਦੇ ਅੱਜ ਵੀ ਉੱਥੇ ਹੀ ਖੜੇ ਹਾਂ। ਅਸੀਂ ਗੁਰੂ ਸਾਹਿਬ ਜੀ ਪਹਿਲੀ ਤੁਕ 'ਚ ਕੀ ਫਰਮਾ ਰਹੇ ਨੇ? ਕਿਆ ਤੂੰ ਸੋਇਆ ਜਾਗ ਦੀਵਾਨਾ, ਝੂਠੀ ਜਿਉਣ ਸਤ ਕਰ ਜਾਣਾ। ਇਹ ਜਿਉਣ ਜਿਹੜੀ ਸਾਡੀ ਝੂਠੀ ਹੈ, ਇੱਕ ਦਿਨ ਇਸ ਨੇ ਬਿਨਸ ਜਾਣਾ, ਇਸ ਨੇ ਨਹੀਂ ਰਹਿਣਾ, ਇਸ ਚਲੇ ਜਾਣਾ। ਸਭ ਨੇ ਸਾਡੇ ਸਾਹਮਣੇ ਸੰਸਾਰ ਜਾ ਰਿਹਾ ਹੈ। ਫਿਰ ਵੀ ਸਾਡੇ ਮਨ ਵਿੱਚ ਕੋਈ ਭੈ ਨਹੀਂ ਹੈ। 84 ਅਸੀਂ ਸੁਣੀ ਹੈ, ਲੇਕਿਨ 84 ਦੇਖੀ ਨਹੀਂ। 84 ਦੇਖਣ ਵੀ ਸਾਹਮਣੇ ਆ ਰਹੀ ਹੈ। ਪਿਛਲੇ ਦਿਨ ਜਿਹੜੇ ਸਰਦੀਆਂ ਦੇ ਲੰਘ ਕੇ ਗਏ ਨੇ, ਜਾਓ ਉਹਨਾਂ ਜੀਵਾਂ ਨੂੰ ਪੁੱਛੋ ਜਿਹੜੇ ਰੁੱਖਾਂ 'ਤੇ ਟੰਗੇ ਹੋਏ ਨੇ, ਸੜਕਾਂ 'ਤੇ ਪਏ ਹੋਏ ਨੇ। ਉਹ ਸੜਕਾਂ ਦੇ ਉੱਤੋਂ ਦੀ ਗੱਡੀਆਂ ਵੀ ਲੰਘ ਜਾਂਦੀਆਂ ਨੇ, ਅੱਧੇ ਅੱਧੇ ਕੱਟੇ ਹੋਏ ਪੇੜ ਨਾਲ ਤੜਫ ਰਹੇ ਨੇ। ਉਹਨਾਂ ਨੂੰ ਪੁੱਛੋ 84 ਕੀ ਹੁੰਦੀ ਹੈ। ਸਾਡੇ ਵਾਸਤੇ ਮਾਲਕ ਨੇ ਸਭ ਕੁਝ ਦਿੱਤਾ ਹੋਇਆ, ਸਹੂਲਤਾਂ ਦਿੱਤੀਆਂ ਨੇ, ਕੋਈ ਉਸਨੇ ਕਸਰ ਨਹੀਂ ਰਹਿਣ ਦਿੱਤੀ ਸਾਨੂੰ। ਜਦੋਂ ਅਸੀਂ ਦੁਨੀਆ ਵਿੱਚ ਆਏ ਸੀ, ਨਾਂਗੋ ਆਏ ਸੀ, ਬਿਲਕੁਲ ਸਾਡੇ 'ਤੇ ਕੋਈ ਕੱਪੜਾ ਨਹੀਂ। ਕੱਪੜਾ ਵੀ ਇੱਥੇ ਆ ਕੇ ਮਿਲਿਆ ਸਾਨੂੰ। ਨਾਂਗੋ ਆਇਆ, ਨਾਂਗੋ ਸਿਧਾਸੀ। ਨੰਗੇ ਅਸੀਂ ਦੁਨੀਆ 'ਤੇ ਆਏ ਔਰ ਨੰਗੇ ਅਸੀਂ ਚਲੇ ਜਾਣਾ। ਆਖਰ ਇੱਕ ਦਿਨ ਸਾਡੀ ਵਾਰੀ ਆ ਜਾਣੀ ਹੈ ਦੁਨੀਆ ਤੋਂ ਜਾਣ ਦੀ। ਇਹ ਜੋ ਮਨੁੱਖਾ ਜਨਮ ਸਾਡਾ ਇੱਕ ਬਹੁਤ ਵੱਡੀ ਸਾਨੂੰ ਅਪਰਚੁਨਿਟੀ, ਇੱਕ ਸੁਨਹਿਰੀ ਮੌਕਾ ਮਿਲਿਆ ਹੈ ਮਾਲਕ ਦੇ ਪਾਸ ਆਪਣੇ ਘਰ ਵਾਪਸ ਜਾਣ ਦਾ। ਸੰਤ ਮਹਾਂਪੁਰਸ਼ ਆਉਂਦੇ ਰਹੇ ਦੁਨੀਆ ਦੇ ਵਿੱਚ,
ਜੁਗੋ ਜੁਗ ਆਏ ਸੰਤ ਮਹਾਂਪੁਰਸ਼। ਉਹਨਾਂ ਸੱਚ ਦਾ ਰਾਹ ਦਿਖਾਇਆ ਸਾਨੂੰ, ਲੇਕਿਨ ਅਸੀਂ ਕੋਈ ਉਹਨਾਂ ਦੇ ਕੋਈ ਅਮਲ ਨਹੀਂ ਕੀਤਾ। ਅਸੀਂ ਕਈ ਤਰ੍ਹਾਂ ਦੀ ਗੱਲਾਂ ਮਾੜੇ ਚੰਗੀਆਂ ਉਹਨਾਂ ਨੂੰ ਕੀਤੀਆਂ ਹੋਣਗੀਆਂ, ਉਹ ਸਾਨੂੰ ਆਪਣਾ ਬਣਾਉਂਦੇ ਆ, ਇਹ ਮੇਰੇ ਆ, ਲੇਕਿਨ ਅਸੀਂ ਉਹਨਾਂ ਦਾ ਨਹੀਂ ਬਣਦੇ, ਅਸੀਂ ਉਹਨਾਂ ਦੇ ਨਹੀਂ ਬਣਦੇ। ਮਹਾਰਾਜ ਜੀ ਆਪ ਸਭ ਨੂੰ ਪਤਾ ਹੈ ਕਿ ਸੈਦਪੁਰ ਦੇ ਵਿੱਚ ਮਹਾਰਾਜ ਜੀ ਸੰਗਤ ਨੂੰ ਕਿਤਨਾ ਪਿਆਰ ਦਿੰਦੇ ਸੀ। ਹਰ ਇੱਕ ਨੂੰ ਆਪਣੀ ਧੀ ਪੁੱਤਰ ਸਮਝਦੇ ਸੀ ਕਿ ਮੇਰੇ ਬੱਚੇ ਹੈ, ਮੇਰੇ ਆਪਣੇ ਬੱਚੇ ਆ। ਬਾਬਾ ਨੇ ਸਾਨੂੰ ਆਪਣਾ ਬਣਾਇਆ, ਪਰ ਅਸੀਂ ਉਹਨਾਂ ਦੇ ਨਹੀਂ ਬਣੇ। ਵਕਤ ਸਭ ਨੇ ਦੇਖਿਆ, ਵਕਤ ਸਭ ਨੇ ਦੇਖਿਆ, ਲੇਕਿਨ ਅੱਜ ਜਿੱਥੇ ਮੈਂ ਬੈਠਾ ਜਲੰਧਰ ਦੇ ਵਿੱਚ, ਇੱਥੋਂ ਦੀ ਸੰਗਤ ਨੇ ਆਪਣਾ ਪੂਰਾ ਪਿਆਰ ਦਿਖਾਇਆ ਉਸ ਵਕਤ ਜਦੋਂ ਕੋਈ ਸਾਡਾ ਬਣਦਾ ਨਹੀਂ ਸੀ। ਹਜ਼ੂਰ ਮਹਾਰਾਜ ਜੀ ਸਾਖੀ ਸੁਣਾਉਂਦੇ ਹੁੰਦੇ ਸਨ, ਆਗ ਲਗੀ ਹੈ ਬ੍ਰਿਖ ਕੋ ਚੜ ਚੜ ਪੈਂਦੇ ਪਾਤ, ਉੜਦੇ ਕਿਉਂ ਨਹੀਂ ਪੰਛੀਓ ਪੰਖ ਤੁਮਾਰੇ ਸਾਥ। ਇੱਕ ਰੁੱਖ ਨੂੰ ਅੱਗ ਲੱਗੀ ਸੀ ਤੇ ਪੁੱਛਿਆ ਕਿਸੇ ਨੇ, ਭਈ ਆਗ ਲਗੀ ਹੈ ਬ੍ਰਿਖ ਕੋ ਚੜ ਚੜ ਪੈਂਦੇ ਪਾਤ, ਉੜਦਾ ਕਿਉਂ ਨਹੀਂ ਪੰਛੀਆ ਪੰਖ ਤੁਮਾਰੇ ਸਾਥ। ਪੰਛੀਆਂ ਨੂੰ ਕਿਹਾ ਉੱਡ ਜਾਓ, ਸੜ ਜਾਓਗੇ ਨਹੀਂ ਤਾਂ ਤੁਸੀਂ। ਉਹਨਾਂ ਕੀ ਜਵਾਬ ਦਿੱਤਾ, ਮਿੱਠੇ ਖਾਦੇ ਫਲ ਇਸ ਦੇ, ਬਿੱਠੂ ਭਰੇ ਪਾਤ, उड़ना हमारा धर्म नहीं, चलेंगे इसके साथ। वो वक़्त मैं देखा अपनी अखां दे नाल, इस जलंधर की संगत ने, इत्थों के प्रेमियों ने उस वेले साथ दिता, पिछे नहीं हटे, सच का साथ दिता ना, अपना पूरा वचन निभाया इत्थों ने संगत ने। वो प्यार जिहड़ा है वो अज मैनूं खिंचदा है तुहाडे वल नूं, जिहड़ा संगत ने उस वेले साथ दिता है। लेकिन जित हुई दरबार की, सच की जित हुई और झूठ बिनस गया, सब ने देखा है। गुरु साहब जी फरमा रहे हैं कि क्यों तू भुलिया होया, आ उठ जाग, जगाउण वास्ते आउंदे सानूं, उठो जागो, उसनूं याद करिए। रोज़ वेले असीं रोज़ बाणियां पढ़दे हाँ, अमृत वेला सच नाम बढ़ियाई, विचार करनी आवे कपड़ा नदरी मोख द्वार। क्या उस वेले असीं उठ के बैठते हैं, मालिक नूं याद करते हैं? असीं बिल्कुल ही भुल्ली बैठे हैं, सानूं सारे काम याद ने, लेकिन साडा असली काम जो है, जिसने साडा साथ देना है, उसनूं असीं भुल चुके हैं। संत महापुरुष सानूं याद कराउंदे ने। गुरु साहब जी फरमा रहे हैं, क्या तू सोया, क्यों सुता होया तू, जाग दीवाना, झूठी जीवन सत कर जाना। ये झूठी जीवन है, सच की जीवन नहीं। आखिर एक दिन इस जीवन ने बिनस जाना है। मिट्टी पानी अग हवा का शरीर है साडा, एक दिन इसने मिट्टी विच मिल जाना है, एक दिन चले जाना है। लेकिन हुण सानूं वक़्त मिलिया, सानूं भजन करन दा, सतगुरू नूं याद करन दा, लेकिन असी बिल्कुल बेखबर होए हाँ। कहते कर लांगे, अजे किहड़ा कोई टाइम आया, कर लांगे, बथेरा टाइम पिया अज भजन करन नूं। तो वो टाइम है किहड़ा, की पता किहड़े वेले उसने बुला लेना है। कंधी उत्ते रुखड़ा किचरक बन्ने तीर, कच्चे भांडे राखिए किचड़ ताई नीर। कच्चे भांडे विच असीं पानी पा दईए, कितना क चिर उत्थे रहेगा, आखिर उसने खुर जाना, मिट्टी का बनिया हो। कच्चे भांडे राखिए किचड़ ताई नीर, ये भी कच्चा भांडा है, ये भी एक दिन साडा खुर जाना है। लेकिन इस वेले साडे पास वक़्त है, सब कुछ असीं कर सकते हैं, सारी सानू पूरी सोझी है। अच्छे कर्म करिए, साध संगत की सेवा करिए, भजन सिमरन करिए, जो संतां महापुरुषों ने सानू सिक्ख्या दी है वो तो चलांगे। असी भी इस काल के देश चो, दुख के देश चो निकल के चले जावांगे, अपने देश चले जावांगे। मैं पहले भी दस्या कि ये साडा देश नहीं, एक काल का देश है, और काल के देश के विच कोई सुखी रह ही नहीं सकता है, दुखों का देश है। सुखों का देश दिखाने वास्ते संत महापुरुष आउंदे ने, आओ तुहानूं लैण वास्ते असीं आए हाँ, आओ साडी गल मन्नो। की कहंदे आ सानूं, अच्छे कर्म करो, किसी ने धोखा ना करो, चोरी ना करो, भजन सिमरन करो, साध संगत की सेवा करो। ये असीं करांगे तो फिर असीं इत्थों इस देश चों साडा छुटकारा हो जाएगा।
नहीं तो फिर पंडो भंडारीआ कितना क भार, एक मुठ चुकी दुई तैयार। एक जन्म साडा छुट गया सी, कहने साडा जन्म छुट गया, छुट नहीं गया, अगे फिर खड़ा आ, एक मुठ चुकी दुई तैयार। देख लो, गाय के पेट में बछड़ा हुंदा है, उसनों पहले ही घर वाले उसनों रस्सी पा लेंदे है, आ गया। कित्थों छुटिया जीव, कित्थों छुटिया? इंसान मर जाते, आत्मा नहीं मर जाती, आत्मा अमर है। ये जन्म छुट जाएगा, सानू होर जन्म मिल जाएगा कर्मां के हिसाब के नाल। असी बेखौफ हो के कर्म कर रहे हैं, असी कहने सानू किहड़ा किसी ने पुछना है, लेकिन पुछण वाले बैठे हुए ने। जदों उन्हें हिसाब मंगिया, साडे कोल दिता भी नहीं जाना, फिर पुछया जाएगा सानू, तैनू जिंदगी दिती सी, 24,000 श्वास दिन और रात तेन दिते सी, किन्ने श्वासे मेरे लिखे लाए है? सानू की नहीं दे रहा मालिक? घर बैठिया नू रोजी रोटी दे रहा, सब कुछ दे रहा, कपड़े दिते, मकान, हर तरह दी सहूलतां मालिक ने सानू दित्तियां होईयां ने, लेकिन बंदा फिर भी बेईमान हो जाता है। असी उस मालिक का रोज़ रोज़ उठ के बैठ के करांगे, साडा एक कर्म बहुत अच्छे उच्चे भाग बन गए साडे, और फिर असी 84 विच नहीं जावांगे। 84 के बहुत बड़े बड़े दुख ने दसन विच, लेकिन है 84 है। और गुरु साहब भी फरमा रहे ने, समझा रहे ने, उठ जाग, सानू सुत्तियां नूं जगा रहे ने। कोई सुत्ता होवे उसनूं हिलाइए भी उठ पाओ, तू जागदा नहीं, कहता मैं तो जागदा हाँ। लेकिन नहीं, संतां दी बाणी के मुताबिक असीं सारी मोह माया की नींद भी सुते हुए हैं। मोह माया की नींद भी सौ के असीं अपनी जिंदगी बर्बाद कर रहे हैं, माड़े कर्म कर रहे हैं। कोई किसे लुट के लै आउंदा, किसे नूं कह दिंदा मैं तो उसनूं लुट लिया है, लुट के लै आया मैं उहदे पासों। तू लुट के नहीं लिया, तू आप लुटिया गया है, क्योंकि तेरा कर्म बन गया बहुत बड़ा कि तू चोरी की है, इसका हिसाब होएगा तेरे नाल। और मालिक देखता है, उसनूं गवाहां की लोड़ नहीं। एक दिन उसने साढ़े सामने लिया के सब कुछ रख देना भी ये कौन है, इसका जवाब दे मैनूं। चित्रगुप्त साढ़े दो पासे बैठे हुए ने, साड़ी पल पल की खबर लिख रहे हैं भी की कर रहे हैं, की नहीं कर रहे। असी उन्होंने किसी गवाही की लोड़ नहीं, साढ़े पास ये वक्त मिलिया है। आओ इस वक्त को असी संभाल लीए, मनुष्य जन्म को संभाल लीए, अच्छे कर्म करके असी वापस अपने मालिक के पास चले जाइए। संतां की ये मेहर हुई है कि सानू ये दरबार मिले है महाराज दे, और महाराज को सानू जो सिक्ख्या मिली है सच नाल जोड़ दी। बड़े बड़े संत महापुरुष ने जिहड़े बंदगी कर रहे हैं, मैं सबनों सलाम करदा, लेकिन जो नाम की कमाई कर रहे हैं सब तो उत्ते ने। जिहड़े नाम की बंदगी कर रहे हैं, जो बाणियां दस रही हैं सानू, वो सब तो उपर है। बाणियां तो असीं सारे पढ़ रहे हैं, रोज़ पढ़ रहे हैं, कितना का असर हो रहा सानू। सत्संग रोज़ सुनते हैं, रोज़ सुनते हैं, रोज़ सुनिया सुनाया जाता, दसिया जाता गुरबाणियां में सब कुछ लिखा होया है, लेकिन कितना का असीं उसनूं याद रखते हैं। एक दिन साडे ते वो भी आ जाना। अज असीं मखमली गद्दियां ते सुते हुए हैं, अपने अपने कमरियां दे भी सुते हुए हैं। एक दिन ऐसा भी आ जाना, साडा एक दिन जंगल विच वासा हो जाना। ये सब कुछ इत्थे ही पिया रह जाना है, किसी ने कोई लैके नहीं जाना इत्थों कुछ भी, ना कोई ले जा सकता, ना कोई लैके आया है। खाली आए सी, खाली असी चले जाना है। लेकिन वक़्त का कोई पता नहीं कि किहदा वक़्त कदों कित्थे लिखिया होया है। जिंदगी और मौत उस मालिक ने अपनी मुठ विच रखी है, ये भेत नहीं हो दिंदा किसी को। घर मारना के बाहर मारना, ना जाने रब मारसी क्या कर क्या परदेस। रिदा काहे गरबिया करके काले केस, असी कहने साढ़े काले बाल ने, अरे असी नहीं जाना। रिदा काहे गरबिया करके काले केस, ना जाने रब मारसी क्या कर क्या परदेस। पता नहीं घर विच मारने के प्रदेश विच मारना, उसने कित्थे मारना ये उसनों पता है। सुथरा फकीर होया, एक बार वो अपनी रोटी बनाउण लगा, परात विच आटा उसने गुन्निया थोड़ा जिहा अपने वास्ते। चिड़ी ने चुंझ भरी, थोड़ा जिहा आटा ले लिया उहदे विचों, देख रहा सब कुछ। उपरों पिया बाज,
ਚਿੜੀ ਨੂੰ ਚੁੱਕ ਕੇ ਲੈ ਗਿਆ। ਦੇਖਦਾ ਰਿਹਾ ਸੋਚਦਾ ਫਕੀਰੇ ਵੀ ਕੀ ਹੋਇਆ। ਗੁਰਮੁਖ ਜਿਹੜੇ ਆ ਹਰ ਗੱਲ ਤੋਂ ਵਿਚਾਰ ਕਰਦੇ ਆ। ਦੇਖਿਆ ਉਸਨੇ ਬਾਣੀ ਦੇ ਵਿੱਚ, ਅੱਖ ਫੜਕਣੀ ਨਾ ਮਿਲੀ ਮੂੰਹ ਵਿਚਰਿਆ ਗਰਾ, ਲੱਖ ਲਾਣਤ ਤੇਰਾ ਸੁਥਰਿਆ ਜੇ ਦਮ ਦਾ ਕਰੇ ਵਸਾ। ਲੱਖ ਲਾਣਤ ਜੇ ਅਸੀਂ ਦਮ ਦਾ ਵਸਾ ਕਰੀਏ ਤਾਂ ਕੀ ਪਤਾ ਕਦੋਂ ਉਸ ਮਾਲਕ ਨੇ ਸਾਨੂੰ ਦੁਨੀਆ ਤੋਂ ਲੈ ਜਾਣਾ ਹੈ। ਲੇਕਿਨ ਅਸੀਂ ਉਸ ਨੂੰ ਭੁੱਲੀ ਬੈਠੇ ਹਾਂ। ਚਿੜੀ ਨੂੰ ਥੋੜ੍ਹੇ ਪਤਾ ਹੈ ਕਿ ਮੇਰੇ ਸਿਰ ਤੇ ਬਾਜ ਫਿਰਨ ਡਿਆ। ਉਹ ਬਾਜ ਜਿਹੜਾ ਸਾਡੇ ਸਾਰਿਆਂ ਤੇ ਫਿਰ ਰਿਹਾ, ਮੌਤ ਇੱਕ ਬਾਜ ਹੈ, ਉਹ ਸਾਡੇ ਸਾਰਿਆਂ ਦੇ ਸਿਰ ਤੇ ਫਿਰ ਰਹੀ। ਪਤਾ ਨਹੀਂ ਕਦੋਂ, ਕਿੱਥੇ, ਕਿਹੜਾ ਵਕਤ ਹੋਣਾ, ਕਿਹੜੀ ਜਗ੍ਹਾ ਹੋਣੀ ਹੈ। ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਹੈ ਇਨਸਾਨ ਤੂੰ ਸੁੱਤਾ ਹੈ ਤੂੰ ਜਾਗ, ਆਪਣੇ ਆਪ ਨੂੰ ਸੰਭਾਲ। ਇਹ ਵਕਤ ਫੇਰ ਨਹੀਂ ਸਾਨੂੰ ਮਿਲੇਗਾ। ਇੱਕ ਵਾਰ ਵਕਤ ਮਿਲਿਆ ਸਾਨੂੰ, ਮੌਕਾ ਮਿਲਿਆ ਸਾਨੂੰ, ਇਨਸਾਨੀ ਜਾਮਾ ਮਿਲਿਆ ਹੈ, ਮਾਲਕ ਨੇ ਦਿੱਤਾ ਸਾਨੂੰ ਮੌਕਾ। ਸੰਤ ਮਹਾਂਪੁਰਸ਼ ਵੀ ਮਿਲੇ ਸਾਨੂੰ, ਨਾਮਦਾਨ ਵੀ ਲਿਆ ਸਭ ਨੇ, ਲੇਕਿਨ ਨਾਮਦਾਨ ਲੈ ਕੇ ਅਸੀਂ ਰੱਖ ਛੱਡਿਆ ਹੈ, ਆਲਿਆਂ ਦੇ ਵਿੱਚ ਰੱਖਿਆ ਹੋਇਆ, ਨਹੀਂ ਵਰਤਦੇ ਉਸ ਨੂੰ। ਕਿਸੇ ਨੇ ਨਹੀਂ ਵਰਤਿਆ। ਜਿਨ੍ਹਾਂ ਵਰਤਿਆ ਗੁਰਮੁਖਾਂ ਨੇ ਸੱਚ ਦਾ ਰਾਹ ਦਿਖਾਇਆ। ਗਲਤ ਰਾਹ ਦਿਖਾਉਣ ਵਾਲੇ ਬੜੇ ਨੇ, ਲੇਕਿਨ ਸੱਚ ਦੇ ਰਾਹ ਤੇ ਮਹਾਰਾਜ ਜੀ ਨੇ ਸਾਨੂੰ ਪਾਇਆ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਆਏ, ਦੇਖੀਏ ਇਤਿਹਾਸ ਪੜ੍ਹ ਕੇ ਦੇਖੀਏ, ਇਹ ਦਰਦ ਜਿਹੜਾ ਸਾਡੇ ਵਾਸਤੇ ਸੰਤਾਂ ਵਿੱਚ ਦਰਦ ਹੈ। ਸਾਡਾ ਦਰਦ ਕਰਦੇ ਰਹੇ ਸੰਤ ਮਹਾਂਪੁਰਸ਼। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇੱਕ ਵਾਰ ਜੰਗਲ ਦੇ ਵਿੱਚ ਤਪੱਸਿਆ ਲਾ ਕੇ ਬੈਠੇ ਹੋਏ ਸੀ, ਤਪੱਸਿਆ ਕਰ ਰਹੇ ਸੀ। ਇੱਕ ਸ਼ਿਕਾਰੀ ਸੀ, ਉਸ ਨੇ ਆਪਣੀ ਫਾਈ ਲਾਈ ਹੋਈ ਸੀ ਕਿ ਕੋਈ ਵਿੱਚ ਫਸ ਜਾਵੇ, ਇਹਦੇ ਵਿੱਚ ਉਹ 'ਚ ਹਿਰਨੀ ਫਸ ਗਈ। ਹਿਰਨੀ ਫਸ ਗਈ ਤੇ ਹਿਰਨੀ ਸ਼ਿਕਾਰੀ ਅੱਗੇ ਬੇਨਤੀ ਕਰਦੀ ਹੈ, ਸ਼ਿਕਾਰੀਆ ਮੈਨੂੰ ਛੱਡ ਦੇ, ਮੇਰੇ ਛੋਟੇ ਛੋਟੇ 3 ਬੱਚੇ ਨੇ, 4, ਮੈਨੂੰ ਉਡੀਕ ਰਹੇ ਨੇ, ਮੈਨੂੰ ਦੁੱਧ ਪਿਲਾ ਕੇ ਆ ਜਾਵਾਂਗੀ, ਦੁੱਧ ਪਿਲਾ ਕੇ ਆ ਜਾਵਾਂਗੀ, ਤੂੰ ਜੋ ਕਰਨਾ ਹੋਏਗਾ ਮੈਨੂੰ ਕਰ ਲੈ, ਮੈਨੂੰ ਛੱਡ ਦੇ, ਇੱਕ ਵਾਰ ਮੈਨੂੰ ਬੱਚਿਆਂ ਕੋਲ ਜਾਣ ਦੇ। ਪਰ ਸ਼ਿਕਾਰੀ 2-3 ਮਹਿਕਮੇ ਐਸੇ ਕਿੱਥੇ ਮੰਨਦੇ ਆ। ਆਖਰ ਉਸਨੇ ਕਿਹਾ, ਤੂੰ ਜੰਗਲੀ ਜਾਨਵਰ ਹੈ, ਕਿ ਉਹਦਾ ਵਾਪਸ ਆਵੇਂ ਕਿ ਨਾ ਆਵੇਂ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਜਦੋਂ ਉਹਨਾਂ ਨੂੰ ਪੁਕਾਰ ਸੁਣੀ, ਉਹਨਾਂ ਨੇ ਉਸ ਦੀ ਤਪੱਸਿਆ ਛੱਡ ਕੇ ਬਾਹਰ ਆ ਗਏ ਮਹਾਰਾਜ ਜੀ ਜੰਗਲ ਤੋਂ। ਔਰ ਉਸਨੇ ਕਿਹਾ, ਸ਼ਿਕਾਰੀਆ ਇਹ ਵਾਪਸ ਜ਼ਰੂਰ ਆਏਗੀ। ਕਹਿੰਦੇ ਕੀ ਤਬਾਰ ਹੈ ਇਹਦਾ, ਜੰਗਲੀ ਜਾਨਵਰਾਂ ਦਾ, ਆਵੇ ਕਿ ਨਾ ਆਵੇ, ਮੈਂ ਇਹਨੂੰ ਮਾਰ ਕੇ ਆਪਣੇ ਬੱਚਿਆਂ ਨੂੰ ਖਵਾਉਣਾ ਹੈ। ਉਹ ਕਹਿੰਦੇ ਅਗਰ ਇਹ ਨਹੀਂ ਆਏਗੀ, ਇਹਦੀ ਜ਼ਮਾਨਤ ਮੈਂ ਦੇਣਾ, ਇਹਦਾ ਕੰਮ ਮੈਂ ਕਰਾਂਗਾ, ਪਰ ਜਾ ਲੈਣ ਮੈਨੂੰ ਇੱਕ ਵਾਰ ਜਾ ਲੈਣ। ਆਖਰ ਉਹਨੇ ਕਿਹਾ ਸ਼੍ਰੀ ਗੁਰੂ ਮਹਾਰਾਜ ਨੇ ਰਵਿਦਾਸ ਨੇ, ਵੀ ਇਹ ਵਾਪਸ ਆਏਗੀ, ਇਹਨੂੰ ਜਾ ਲੈਣ ਦੇ, ਤੂੰ ਨਾ ਤੰਗ ਕਰ ਦੇ। ਚਲੋ ਕਬੀਰ ਸਾਹਿਬ ਗੁਰੂ ਰਵਿਦਾਸ ਜੀ ਮਹਾਰਾਜ ਨੇ ਜ਼ਮਾਨਤ ਦੇ ਦਿੱਤੀ ਵੀ ਆਏਗੀ। ਆਪਣੇ ਬੱਚਿਆਂ ਦੇ ਪਾਸ ਗਈ ਹੈ, ਬੱਚਿਆਂ ਦੇ ਪਾਸ ਜਾ ਕੇ ਬੈਠ ਗਈ। ਬੱਚਿਆਂ ਨੂੰ ਕਹਿੰਦੀ ਹੈ ਹਿਰਨੀ, ਬੱਚਿਓ ਅੱਜ ਤੁਹਾਡਾ ਆਖਰੀ ਦੁੱਧ ਹੈ, ਆਖਰੀ ਦੁੱਧ ਹੈ, ਮੈਂ ਵਾਪਸ ਚਲੇ ਜਾਣਾ ਤੁਹਾਨੂੰ ਪਿਲਾ ਕੇ, ਉਸ ਤੋਂ ਬਾਅਦ ਮੈਂ ਤੁਹਾਨੂੰ ਨਹੀਂ ਮਿਲਣਾ। ਪੁੱਛਿਆ, ਮਾਂ ਕਿਉਂ ਨਹੀਂ ਤੂੰ ਮਿਲਣਾ ਸਾਨੂੰ? ਕਹਿੰਦੇ ਬੇਟਾ ਮੈਂ ਇੱਕ ਸ਼ਿਕਾਰੀ ਦੀ ਫਾਈ ਵਿੱਚ ਫਸ ਗਈ ਸੀ, ਸ਼ਿਕਾਰੀ ਦੀ ਫਾਈ ਵਿੱਚ ਫਸ ਗਈ ਸੀ, ਸ਼ਿਕਾਰੀ ਛੱਡਦਾ ਨਹੀਂ ਸੀ। ਸ਼ਿਕਾਰੀ ਨੇ ਮੇਰੀ ਜ਼ਮਾਨਤ ਦਿੱਤੀ ਹੈ, ਮੈਂ ਉਹਨੂੰ ਦੀ ਮੈਂ ਜ਼ਮਾਨਤ ਉਹਨੂੰ ਦਿੱਤੀ ਹੈ ਮਹਾਤਮਾ ਨੇ, ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ, ਤੇ ਉਹਨਾਂ ਨੂੰ ਮੈਂ ਛਡਾਉਣਾ ਜਾ ਕੇ। ਬੱਚਿਆਂ ਨੇ ਕਿਹਾ, ਮਾਤਾ ਜਿਸ ਨੇ ਸਾਡੇ ਪਿੱਛੇ ਇਤਨੀ ਬੜੀ ਜ਼ਮਾਨਤ ਦਿੱਤੀ ਹੈ, ਸਾਨੂੰ ਵੀ ਦਰਸ਼ਨ ਕਰਾ ਦੇ, ਅਸੀਂ ਵੀ ਨਾਲ ਜਾਣਾ ਹੈ, ਜਿੱਥੇ ਤੂੰ ਮਰੇਂਗੀ ਅਸੀਂ ਵੀ ਮਰ ਜਾਵਾਂਗੇ। ਦੇਖੋ ਕਿੰਨੀ ਕੁਰਬਾਨੀ ਕੀਤੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ, ਬੱਚੇ ਵੀ ਨਾਲ ਆ ਗਏ। ਆਖਰ ਗੁਰੂ ਸਾਹਮਣੇ ਕਿਹਾ, ਤੂੰ ਇੱਕ ਨੂੰ ਰੋਂਦਾ ਸੀ, ਉਹ ਸਾਰੇ ਹੀ ਆ ਗਏ, ਕਰ ਲੈ ਕੀ ਕਰਨਾ ਇਹਨੂੰ। ਤਾਂ ਕਰਨਾ ਕੀ ਸੀ,
ਅੰਦਰੋਂ ਅੰਦਰ ਹੀ ਜਾ ਕੇ ਗੁਰੂ ਸਾਹਿਬ ਨੇ ਦਾ ਮਨ ਮੋੜ ਦਿੱਤਾ। ਉਹਨਾਂ ਨੂੰ ਵੀ ਬਚਾਇਆ, ਸ਼ਿਕਾਰੀ ਨੂੰ ਵੀ ਬਚਾਇਆ। ਸ਼ਿਕਾਰੀ ਨੂੰ ਵੀ ਇਹ ਦੇਖ ਕੇ ਆਖਰ ਉਸਨੇ ਵੀ ਸ਼ਿਕਾਰ ਕਰਨਾ ਛੱਡ ਦਿੱਤਾ। ਲੇਕਿਨ ਬੱਚਿਆਂ ਦੀ ਖਾਤਰ ਦੇਖੋ ਕੌਣ ਕਿਸੇ ਦੀ ਕਰਦਾ ਕੁਰਬਾਨੀ ਦਿੰਦਾ ਹੈ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਦਿੱਤੀ ਸੀ ਉਸ ਵੇਲੇ ਕੁਰਬਾਨੀ, ਛੁਡਾਇਆ ਸੀ ਬੱਚਿਆਂ ਨੂੰ, ਨਾਲ ਸ਼ਿਕਾਰੀ ਦਾ ਵੀ ਭਲਾ ਹੋਇਆ। ਸੰਤ ਮਹਾਂਪੁਰਸ਼ ਸਾਡੇ ਵਾਸਤੇ ਆਉਂਦੇ ਆ ਦੁਨੀਆ ਦੇ ਵਿੱਚ ਭਲਾ ਕਰਨ ਵਾਸਤੇ, ਲੇਕਿਨ ਅਸੀਂ ਉਹਨਾਂ ਦੀ ਗੱਲ ਸੁਣਦੇ ਹੀ ਨਹੀਂ। ਇੱਕ ਗੱਲ ਸੁਣਦੇ ਹਾਂ, ਕੰਨੋਂ ਦੂਜੇ ਕੰਨ ਕੱਢ ਦਿੰਦੇ ਅਸੀਂ। ਇਹ ਗੁਰਬਾਣੀਆਂ ਬਣਾਈਆਂ ਸੀ ਸਮਝਣ ਵਾਸਤੇ ਕਿ ਪੜ੍ਹ ਲੈਣਗੇ, ਸਮਝ ਲੈਣਗੇ ਕੁਛ। ਇਹ ਵੀ ਅਸੀਂ ਪੜ੍ਹਨ ਪੜ੍ਹਾਉਣ ਤੱਕ ਸੀਮਤ ਰੱਖੀਏ ਨਾ, ਕੋਈ ਸਾਨੂੰ ਅਸਰ ਨਹੀਂ ਹੋ ਰਿਹਾ ਇਹਨਾਂ ਦਾ। ਲੇਕਿਨ ਮਹਾਂਪੁਰਸ਼ਾਂ ਨੇ ਸਾਡੇ 'ਤੇ ਦਇਆ ਕੀਤੀ ਹੈ। ਕੌਣ ਸਾਨੂੰ ਬੈਠਣ ਦਿੰਦਾ ਸੀ ਭਜਨ ਕਰਨ ਵਾਸਤੇ ਜਾਂ ਨਾਮ ਜਪਣ ਵਾਸਤੇ ਜਾਂ ਸਤਸੰਗ ਕਰਨ ਵਾਸਤੇ? ਇਹ ਆਜ਼ਾਦੀ ਕਿਹਨਾਂ ਦਵਾਈ ਹੈ ਸਾਨੂੰ? ਕਬੀਰ ਸਾਹਿਬ ਔਰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ। ਅੱਜ ਅਸੀਂ ਬੈਠ ਕੇ ਸਾਰੇ ਮਾਲਕ ਦਾ ਗੁਣਗਾਨ ਕਰ ਰਹੇ ਹਾਂ। ਉਹਨਾਂ ਦੀ ਅਸੀਂ ਦੇਣਾ ਨਹੀਂ ਦੇ ਸਕਦੇ ਉਹਨਾਂ ਦਾ, ਅਸੀਂ ਜੋ ਕਰਕੇ ਗਏ ਨਾ। ਲੇਕਿਨ ਦੇਖੋ ਉਸ ਵੇਲੇ ਰਾਜੇ ਜਿਹੜੇ ਹੁੰਦੇ ਸੀ ਸਜ਼ਾਵਾਂ ਦਿੰਦੇ ਸੀ। ਉਸ ਵੇਲੇ ਦਰਬਾਰ ਦੇ ਵਿੱਚ ਗੁਰੂ ਸਾਹਿਬ ਦੇ ਬਾਹਰ ਜਾ ਕੇ ਲੜਕੀ ਮਾਰ ਕੇ ਸੁੱਟ ਦਿੱਤੀ, ਇਹਦਾ ਨਾਂ ਲੱਗ ਗਿਆ, ਫਾਇਲ ਲੱਗ ਜਾਏਗਾ। ਆਖਰ ਹੁਕਮ ਹੋ ਗਿਆ ਵੀ ਇਸ ਨੂੰ ਤੁਸੀਂ ਸੋਲੀ ਤੇ ਚੜਾ ਦਿਓ। ਇਸ ਨੇ ਮਾਰੀ। ਲੇਕਿਨ ਰੱਖਣ ਮਾਲੇ ਕੋਲ ਰੱਖਣ ਵਾਲਾ ਤਕੜਾ ਹੁੰਦਾ ਹੈ, ਪਾਵਰਫੁਲ ਹੁੰਦਾ। ਲੈ ਗਏ ਗੁਰੂ ਮਹਾਰਾਜ ਨੂੰ ਥੇ ਉਸ ਵੇਲੇ ਸੋਲੀ ਤੇ ਚੜਾਉਣ ਵਾਸਤੇ। ਜਿਹੜਾ ਸੋਲੀ ਤੇ ਚੜਾਉਣ ਵਾਲਾ ਸੀ, ਜਿਹੜਾ ਉਹ ਚੜਾਵੇ ਜਦੋਂ ਤੇ ਪਿੱਛੋਂ ਰੱਸਾ ਖੁੱਲ ਜਾਵੇ। ਫਿਰ ਚੜਾਇਆ, ਫਿਰ ਖੋਲ ਦਿੱਤਾ। ਆਖਰ ਉਹਨੇ ਕਹਿ ਦਿੱਤਾ ਇਹ ਕੋਈ ਆਮ ਬੰਦਾ ਨਹੀਂ, ਇਹ ਕੋਈ ਆਮ ਬੰਦਾ ਨਹੀਂ। ਬਾਦਸ਼ਾਹ ਨੇ ਵੀ ਦੇਖ ਲਿਆ ਵੀ ਇਹ ਕੋਈ ਅਸੀਂ ਸਾਡੇ ਕੋਲੋਂ ਪਾਪ ਹੋਣ ਲੱਗਾ ਹੈ। ਆਖਰ ਉਹ ਵੀ ਉਹਨਾਂ ਨੂੰ ਵੀ ਛਡਾਇਆ, ਉਸ ਨੂੰ ਵੀ ਛਡਾਇਆ, ਆਪਣੇ ਆਪ ਨੂੰ ਵੀ ਛਡਾਇਆ। ਦੇਖੋ ਆਪਣੀ ਕੁਰਬਾਨੀ ਦੇ ਦਿੱਤੀ ਸਾਡੇ ਵਾਸਤੇ ਉਹਨਾਂ ਨੇ। ਕਿਤਨਾ ਭਲਾ ਕੀਤਾ ਸਾਡਾ। ਗੁਰਬਾਣੀਆਂ ਵੀ ਬਣਾ ਗਏ ਸਾਡੇ ਵਾਸਤੇ, ਸਭ ਕੁਛ ਦੱਸ ਗਏ, ਆਪਣੀ ਲਾਈਨ ਵੀ ਦੇ ਗਏ ਸਾਨੂੰ। ਲੇਕਿਨ ਕਿਤਨਾ ਕੁ ਚੱਲ ਰਹੀ ਉਸ ਲਾਈਨ 'ਤੇ ਅਸੀਂ, ਕਿਤਨਾ ਕੁ ਆਪਣਾ ਭਲਾ ਮੰਗ ਰਹੇ ਹਾਂ ਅਸੀਂ। ਅਸੀਂ ਕਿਸੇ ਦਾ ਭਲਾ ਮੰਗਣਾ ਤਾਂ ਬਹੁਤ ਦੂਰ ਦੀ ਗੱਲ ਹੈ, ਆਪਣਾ ਵੀ ਨਹੀਂ ਭਲਾ ਕਰ ਰਹੇ। ਆਪੇ ਵੀ ਮਾੜੇ ਕਰਮ ਕਰਕੇ ਅਸੀਂ ਮੁੜ ਕੇ 84 ਵੱਲ ਨੂੰ ਜਾ ਰਹੇ ਹਾਂ। 84 ਦੇ ਦੁੱਖ ਬਹੁਤ ਵੱਡੇ ਨੇ, ਦੱਸਣ ਵਿੱਚ ਨਹੀਂ ਆ ਸਕਦੇ। ਬੜਿਆਂ ਨੂੰ ਬੜੇ ਜਿਹੜੇ ਸੀ ਉਹਨਾਂ ਨੂੰ 84 ਵਿੱਚ ਜਾਣਾ ਪੈ ਗਿਆ। ਬੜੇ ਪੀਰ ਪੈਗੰਬਰ ਔਲੀਏ, ਇਸ ਮਨ ਨੇ ਸਾਰਿਆਂ ਦਾ ਬੇੜਾ ਗਰਕ ਕਰ ਦਿੱਤਾ। ਮਨ ਦੇ ਆਖੇ ਜਦੋਂ ਅਸੀਂ ਲੱਗ ਜਾਂਦੇ ਹਾਂ, ਫਿਰ ਸਾਡੇ ਕੋਲੋਂ ਗਲਤ ਕੰਮ ਹੋ ਜਾਂਦੇ ਆ। ਮਨ ਇੱਕ ਐਸੀ ਸ਼ੈਤਾਨ ਸ਼ਕਤੀ ਹੈ, ਇਹ ਕਾਲ ਦਾ ਏਜੰਟ ਹੈ, ਔਰ ਦੇਸ਼ ਵੀ ਸਾਰਾ ਉਸੇ ਦਾ ਹੈ। ਇਹ ਕਾਲ ਦਾ ਏਜੰਟ ਹੈ, ਜੋ ਚਾਹੇ ਬੰਦੇ ਕੋਲੋਂ ਕਰਵਾਉਂਦਾ ਹੈ। ਪਹਿਲਾ ਨੰਬਰ ਤੇ ਇਹ ਹੈ ਕਿ ਸਾਡੀ ਕਮਜ਼ੋਰੀ ਦੇਖਦਾ ਹੈ। ਮਨ ਜਿਹੜਾ ਸਾਡੇ ਵਿੱਚ ਬੈਠਾ ਹੈ, ਇਹ ਕੋਰੀ ਕੁਝ ਵਿੱਚੋਂ ਅੰਦਰੋਂ ਦੇਖਦਾ ਵੀ ਇਹ ਕਿੱਧਰੋਂ ਮਾੜਾ ਹੈ। ਇਹ ਕੋਈ ਚੋਰੀ ਕਰਦਾ ਹੈ ਜਾਂ ਕੋਈ ਠੱਗੀ ਕਰਦਾ ਹੈ ਜਾਂ ਫਰੇਬਕਾਰੀ ਕਰਦਾ ਹੈ ਜਾਂ ਉਹੋ ਜਿਹੇ ਕੰਮਾਂ ਵਾਲਾ ਹੈ। ਉਸੇ ਕੰਮ ਵਿੱਚ ਬੰਦੇ ਨੂੰ ਬਾਰ-ਬਾਰ ਮਜਬੂਰ ਕਰਦਾ ਹੈ। ਸਾਡੀ ਕਮਜ਼ੋਰੀ ਬਣ ਜਾਂਦੀ ਹੈ। ਜੇ ਕੋਈ ਸ਼ਰਾਬੀ ਹੈ, ਚਾਹੁੰਦਾ ਮੈਂ ਸ਼ਰਾਬ ਨਹੀਂ ਪੀਵਾਂ, ਨਹੀਂ ਪੀਣੀ, ਦੁਖੀ ਤਾਂ ਹੁੰਦਾ ਹੈ, ਲੇਕਿਨ ਮਨ ਜਿਹੜਾ ਹੈ ਫਿਰ ਉਸ ਨੂੰ ਉੱਥੇ ਲੈ ਜਾਂਦਾ ਹੈ, ਬਾਰ-ਬਾਰ ਗਲਤ ਕੰਮ ਕਰਾਉਂਦਾ ਹੈ। ਇਹ ਮਨ ਜਿਹੜਾ ਹੈ ਇਹ ਕਾਲ ਦਾ ਏਜੰਟ ਹੈ। ਬੜੇ ਰਿਸ਼ੀ ਮੁਨੀ, ਪੀਰ ਪੈਗੰਬਰ ਔਲੀਏ, ਇਤਿਹਾਸ ਪੜ੍ਹ ਕੇ ਦੇਖੀਏ। ਪਰਾਸ਼ਰ ਰਿਸ਼ੀ ਤਪੱਸਿਆ ਕਰਕੇ ਜੰਗਲ ਦੇ ਵਿੱਚੋਂ ਵਾਪਸ ਆ ਰਹੇ ਸੀ ਆਪਣੇ ਘਰ ਨੂੰ। ਪਰਾਸ਼ਰ ਰਿਸ਼ੀ, ਆਖਰ ਕੀ ਹੋਇਆ? ਦਰਿਆਓ ਪਾਰ ਕਰਨਾ ਸੀ। ਰਿਸ਼ੀ ਨੇ, ਜਿਹੜਾ ਉਸ ਦਾ ਮਾਝੀ ਸੀ, ਚਲਾਉਣ ਵਾਲਾ ਉਹਦਾ ਬਾਪ ਸੀ, ਉਹ ਆਇਆ ਹੋਇਆ ਸੀ। ਉਹ ਕਹਿਣ ਲੱਗਾ ਭਈ ਮੈਨੂੰ ਪਾਰ ਲੰਘਾ ਦਿਓ।
ਕਿਹਾ ਮੈਂ ਰੋਟੀ ਖਾ ਲਵਾਂ ਫਿਰ ਤੁਹਾਨੂੰ ਮੈਂ ਪਾਰ ਲੰਘਾ ਦਿੰਦਾ। ਮਨ ਦੇਖੋ ਕਿਤਨਾ ਸ਼ੈਤਾਨ ਹੈ, ਦੇਖ ਲਿਆ ਇਹਨੇ ਲੜਕੀ ਵੀ ਹੈਗੀ ਨਾਲ ਇਹਦੀ, ਕਹਿੰਦਾ ਜੀ ਜਿਹੜੀਆਂ ਮਲਾਹਾਂ ਦੀਆਂ ਲੜਕੀਆਂ ਹੁੰਦੀਆਂ ਉਹ ਵੀ ਤੇ ਮਲਾਹ ਹੀ ਹੁੰਦੀਆਂ ਨੇ, ਪਾਰ ਲੰਘਾ ਦਿੰਦੀਆਂ ਨੇ, ਇਹਨੂੰ ਕੌਣ ਲੰਘਾ ਦੇਵੇ, ਇਹ ਕਾਹਦੇ ਵਾਸਤੇ ਬੈਠੀ ਹੈ ਲਾਗੇ। ਉਹਨੇ ਕਿਹਾ ਬੇਟਾ ਜਾ ਰਿਸ਼ੀ ਨੂੰ ਪਾਰ ਲੰਘਾ ਦੇ, ਕੋਈ ਸਰਾਫ ਨਾ ਸਾਨੂੰ ਦੇ ਦੇਵੇ। ਪਾਰ ਲੰਘਾਉਣ ਚਲੀ ਗਈ, ਜਦੋਂ ਅੱਧ ਵਿੱਚ ਗਏ ਆ ਰਿਸ਼ੀ ਦਾ ਮਨ ਬੇਈਮਾਨ ਹੋ ਗਿਆ ਲੜਕੀ ਦੇ। ਉਸਨੇ ਕਿਹਾ, ਲੜਕੀ ਨੇ ਜਵਾਬ ਦਿੱਤਾ, ਰਿਸ਼ੀ ਜੀ ਤੁਸੀਂ ਰਿਸ਼ੀ ਮੁਨੀ ਹੋ, ਅਸੀਂ ਮਛੁਆਰੇ ਹਾਂ, ਸਾਡੇ ਕੋਲੋਂ ਮੱਛੀਆਂ ਦੀ ਬਦਬੂ ਆਉਂਦੀ ਹੈ। ਕਹਿੰਦੇ ਕੋਈ ਗੱਲ ਨਹੀਂ, ਜਾ ਜੋਜਨ ਕੰਧਾਰੀ ਹੋ ਜਾ। ਖੁਸ਼ਬੂ ਆਉਣੀ ਸ਼ੁਰੂ ਹੋ ਗਈ ਉਹਦੀ ਲੜਕੀ ਦੇ ਵਿੱਚੋਂ। ਇਤਨਾ ਤਪ ਰੱਖਦੇ ਆ ਕਿ ਸਭ ਕੁਝ ਕਰ ਸਕਦੇ ਆ, ਲੇਕਿਨ ਆਪਣੇ ਮਨ ਨੂੰ ਨਹੀਂ ਸਮਝਾ ਸਕੇ, ਉਹ ਆਪਣੇ ਮਨ ਨੂੰ ਨਹੀਂ ਸਮਝਾ ਸਕੇ। ਆਖਰ ਲੜਕੀ ਨੇ ਕਿਹਾ ਕਿ ਜਲ ਦੇਵਤਾ ਦੇਖਦਾ ਹੈ, ਸਾਨੂੰ ਸਜ਼ਾ ਮਿਲੇਗੀ, ਇਸ ਕਰਮ ਦੀ ਸਾਨੂੰ ਸਜ਼ਾ ਮਿਲੇਗੀ। ਲੜਕੀ ਕਹਿ ਰਹੀ ਹੈ ਉਸਨੂੰ, ਧੁੰਦੂਕਾਰਾ ਕਰ ਦਿੱਤਾ, ਬਰੇਤੀ ਬਣਾ ਦਿੱਤੀ, ਦਰਿਆ ਖਤਮ ਕਰ ਦਿੱਤਾ, ਲੇਕਿਨ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਿਆ ਰਿਸ਼ੀ। ਬੜੇ ਬੜੇ ਇਸਨੇ ਮਾਰ ਕੇ ਇਸਨੇ ਮਿੱਟੀ 'ਚ ਮਿਲਾ ਦਿੱਤੇ ਨੇ। ਇਹਦਾ ਕੰਮ ਹੈ ਗਲਤ ਕੰਮ ਕਰਾਉਣੇ, ਫਿਰ ਸਜ਼ਾ ਦਵਾਉਣੀ, ਫਿਰ ਜੀਵ ਤੜਫਦੇ ਉਸ ਵੇਲੇ। ਬੜੇ ਬੜੇ ਰਿਸ਼ੀ ਹੋਰ ਮਿਸਾਲਾਂ ਨੇ, ਕਈ ਰਿਸ਼ੀ ਚਲੇ ਗਏ ਇਸੇ ਤਰ੍ਹਾਂ ਹੀ। ਕਿਹਦੀ ਕਿਹਦੀ ਮਿਸਾਲ ਦੇਈਏ ਅਸੀਂ। ਇੰਦਰਾਪੁਰੀ ਦਾ ਰਾਜ ਕਰਦਾ ਸੀ ਰਾਜਾ ਇੰਦਰ। ਇੱਥੋਂ ਆ ਕੇ ਗੌਤਮ ਰਿਸ਼ੀ ਦੇ ਘਰ ਕੂਕਰ ਕਰਮ ਕੀਤਾ, ਸਾਰੀ ਜ਼ਿੰਦਗੀ ਨੂੰ ਕਲੰਕ ਲਾ ਲਿਆ ਉਸਨੇ। ਇਹ ਮਨ ਦੇ ਚਾਲੇ ਆ ਸਾਰੇ, ਮਨ ਹੀ ਗਲਤ ਕੰਮ ਕਰਾਉਂਦਾ ਹੈ ਬੰਦੇ ਕੋਲੋਂ। ਮਜਬੂਰ ਹੋ ਜਾਂਦਾ ਬੰਦਾ ਚਾਹੁੰਦਾ, ਮੈਂ ਪਹਿਲੇ ਵੀ ਦੱਸਿਆ, ਕੋਈ ਸ਼ਰਾਬ ਪੀਂਦਾ ਉਹ ਦੁਖੀ ਹੋਇਆ ਹੁੰਦਾ ਕਿ ਮੈਂ ਨਹੀਂ ਪੀਣੀ, ਲੇਕਿਨ ਇਹ ਮਨ ਫਿਰ ਉਸ ਨੂੰ ਲੈ ਜਾਂਦਾ ਉੱਥੇ, ਪੀ ਲੈ ਤੂੰ ਅੱਜ ਦੀ ਦਿਹਾੜੀ ਪੀ ਲੈ, ਕਰ ਨਾ ਪੀਵੀਂ। ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ। ਜਿਹਨਾਂ ਮਨ ਨੂੰ ਜਿੱਤ ਲਿਆ ਸਮਝੋ ਜਗਤ ਜਿੱਤ ਲਿਆ ਉਸਨੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾ ਰਹੇ ਨੇ, ਬਾਣੀਆਂ ਦੁਆਰਾ ਸਮਝਾ ਰਹੇ ਨੇ, ਆ ਉੱਠ ਜਾ, ਦੇਖ ਵਕਤ ਵੀ ਲਿਆ ਹੈ, ਇਹ ਬੇਲਾ ਫਿਰ ਹੱਥ ਨਹੀਂ ਆਏਗਾ। ਅੱਜ ਦਾ ਦਿਨ ਕੱਲ ਨਹੀਂ ਹੋਏਗਾ। ਮਾਂ ਦੇਖ ਕੇ ਆਪਣਾ ਪੁੱਤਰ ਨੂੰ ਬੜੀ ਖੁਸ਼ ਹੁੰਦੀ ਹੈ ਕਿ ਮੇਰਾ ਪੁੱਤਰ ਜਵਾਨ ਹੋ ਰਿਹਾ ਹੈ। ਮਾਤਾ ਕਹੇ ਸੁਤ ਬੜਾ ਹੋਤ ਹੈ, ਪਰ ਇਤਨਾ ਨਹੀਂ ਜਾਣਤ ਕਿ ਦਿਨ ਦਿਨ ਔਦ ਘਟਤ ਹੈ। ਇਹ ਨਹੀਂ ਦੇਖਦੀ ਪਈ ਇਹਦੀ ਉਮਰ ਘਟ ਰਹੀ ਹੈ ਰੋਜ਼ ਦੀ। ਮਾਤਾ ਕਹੇ ਸੁਤ ਬੜਾ ਹੋਤ ਹੈ, ਪਰ ਇਤਨਾ ਨਹੀਂ ਜਾਣਤ ਕਿ ਦਿਨ ਦਿਨ ਔਦ ਘਟਤ ਹੈ। ਪੇਖ ਪੇਖ ਕਰ ਜਮਰਾਜ ਹਸਤ ਹੈ। ਜਦੋਂ ਦੇਖਦਾ ਜਮਰਾਜ ਵੀ ਜਵਾਨ ਹੋ ਰਿਹਾ, ਮੇਰੇ ਮੂੰਹ ਵਿੱਚ ਹੱਸਦਾ ਹੈ ਕਿ ਮੇਰੇ ਮੂੰਹ ਵਿੱਚ ਆ ਰਿਹਾ ਹੈ। ਪਰ ਸਾਡੀ ਉਮਰ ਘਟ ਰਹੀ ਹੈ, ਅਸੀਂ ਵੱਧ ਨਹੀਂ ਰਹੇ, ਵੱਡੇ ਨਹੀਂ ਹੋ ਰਹੇ, ਅਸੀਂ ਜਵਾਨ ਨਹੀਂ ਹੋ ਰਹੇ, ਛੋਟੇ ਹੋ ਰਹੇ ਅਸੀਂ। ਜਿੰਨੀ ਸਾਡੀ ਜ਼ਿੰਦਗੀ ਬੀਤ ਗਈ ਉਹ ਤੇ ਬੀਤ ਗਈ, ਉਹ ਤਾਂ ਸਾਨੂੰ ਨਹੀਂ ਮਿਲਣੀ। ਸਾਡਾ ਮਿੰਟ ਘਟ ਰਿਹਾ, ਸਕਿੰਟ ਘਟ ਰਿਹਾ, ਪਲ ਘਟ ਰਿਹਾ। ਇੱਕ ਦਿਨ ਭਾਈ ਅਸੀਂ ਵੀ ਚਲੇ ਜਾਣਾ ਦੁਨੀਆ ਤੋਂ, ਇੱਥੇ ਸਭ ਕੁਝ ਛੱਡ ਕੇ ਚਲੇ ਜਾਣਾ, ਕਿਸੇ ਨੇ ਕੁਛ ਨਹੀਂ ਲੈ ਕੇ ਜਾਣਾ। ਨਾਂਗੋ ਆਇਆ ਨਾਂਗੋ ਸਦਾਸੀ, ਜਦੋਂ ਆਇਆ ਸੀ ਜੀਵ ਨੰਗਾ ਆਇਆ ਸੀ ਬੱਚਾ, ਨਾਂਗੋ ਸਦਾਸੀ। ਆਖਰ ਜਿਸ ਦਿਨ ਜਾਣਾ ਉਸ ਦਿਨ ਕੱਪੜਾ ਇਹਨੂੰ ਵੀ ਇੰਨਾ ਕੀ ਮਿਲਣਾ ਹੈ, ਜਾਣ ਵਾਸਤੇ ਛੋਟਾ ਜਿਹਾ। ਇਸ ਕਰਕੇ ਅਸੀਂ ਪਾਪ ਕਰ ਰਹੇ ਹਾਂ, ਕਿਉਂ ਕਿਸੇ ਨੂੰ ਦੁੱਖ ਦੇ ਰਹੇ ਹਾਂ, ਕਿਉਂ ਅਸੀਂ ਹੇਰਾ ਫੇਰੀਆਂ ਕਰ ਰਹੇ ਹਾਂ, ਅਸੀਂ ਛੁਪ ਛੁਪ ਕੇ ਕਰਦੇ ਹਾਂ। ਉਹਨੇ ਸਭ ਕੁਝ ਸਾਡੇ ਅੱਗੇ ਰੱਖ ਦੇਣਾ ਹੈ। ਕੀ ਜਵਾਬ ਦੇਵਾਂਗੇ ਉਸ ਵੇਲੇ ਅਸੀਂ? ਜਮਦੂਤ ਲਿਹਾਜ਼ ਨਹੀਂ ਕਰਦਾ। ਇੱਕ ਸਿੱਖ ਨੇ ਆਪਣੇ ਸਤਿਗੁਰੂ ਨੂੰ ਪੁੱਛਿਆ ਕਿ ਮਹਾਰਾਜ ਜੀ ਜਮਦੂਤ ਜਿਹੜਾ ਉਹ ਇਤਨਾ ਬਲੀ ਹੈ ਕਿ ਉਹ ਕਿਸੇ ਦੇ ਆਖੇ ਨਹੀਂ ਲੱਗਦਾ, ਕਿਸੇ ਕੋਲ ਡਰਦਾ ਨਹੀਂ। ਉਸ ਵੇਲੇ ਮਹਾਰਾਜ ਨੇ ਜਵਾਬ ਦਿੱਤਾ, ਹਾਂ ਭਾਈ ਡਰਦਾ ਹੈ। ਕਿਹਦੇ ਕੋਲੋਂ ਡਰਦਾ ਹੈ? ਉਹ ਨਾਮ ਤੋਂ ਡਰਦਾ ਹੈ। ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦ ਨੇੜੇ ਨਾ ਆਈ। ਸ਼ਬਦ ਸੁਣੇ ਸੋ ਦੂਰੋਂ ਭਾਗੇ, ਮਤ ਮਾਰੇ ਹਰ ਜੀਓ ਬੇਪਰਵਾਹ ਹੈ। ਜਮਦੂਤ ਜਦੋਂ ਦੇਖਦਾ ਕਿ ਇਹ ਸਤਪੁਰਸ਼ ਦਾ ਬੱਚਾ ਹੈ ਜਾਂ ਸਤਿਗੁਰ ਨੇ ਨਾਮਦਾਨ ਲਿਆ, ਇਸ ਨੇ ਉਹ ਲਾਗੇ ਨਹੀਂ ਆਉਂਦਾ ਨਾਮ ਦੇ।
ਡਰਦਾ ਹੈ ਕਿ ਜੇ ਅਗਰ ਮੈਨੂੰ ਕੁਛ ਆਖਿਆ ਤਾਂ ਸਾਨੂੰ ਬੇਪਰਵਾਹ ਮਾਲਕ ਪਾਸੋਂ ਮਰਵਾਏਗਾ। ਇੱਕ ਨਾਮ ਬਚਾ ਸਕਦਾ ਸਾਨੂੰ, ਕਾਲ ਕੋਲੋਂ ਹੋਰ ਕੋਈ ਨਹੀਂ ਬਚਾ ਸਕਦਾ। ਲੇਕਿਨ ਸੰਤਾਂ ਮਹਾਂਪੁਰਸ਼ਾਂ ਬਾਣੀ ਵਿੱਚ ਬਾਰ-ਬਾਰ ਨਾਮ ਦੀ ਮਹਿਮਾ ਆਉਂਦੀ ਹੈ, ਆਉਂਦੀ ਹੈ, ਆਉਂਦੀ ਹੈ। ਮਹਾਰਾਜ ਜੀ ਨੇ ਵੀ ਇਹੋ ਹੀ ਨਾਮ ਦਿੱਤਾ ਸੀ ਸਾਨੂੰ, ਲੇਕਿਨ ਪੜ੍ਹਿਆ ਵੀ ਸੁਣਿਆ ਵੀ, ਲੇਕਿਨ ਫਿਰ ਅਸੀਂ ਉੱਥੇ ਦੇ ਉੱਥੇ ਚਲੇ ਜਾਂਦੇ ਹਾਂ। ਜੋ ਗੁਰੂ ਸਾਹਿਬ ਜੀ ਬਾਣੀ ਦੁਆਰਾ ਸਮਝਾ ਰਹੇ ਨੇ, ਠੀਕ ਸਮਝਾ ਰਹੇ ਨੇ। ਹਾਂਜੀ, ਕਿਆ ਤੂੰ ਸੋਇਆ ਜਾਗੇ ਦੀਵਾਨਾ, ਝੂਠੀ ਜਿਉਣ ਸਤ ਕਰ ਜਾਣਾ। ਜਿਨ ਜਨਮ ਦਿਆ ਸੋ ਰਿਜਕ ਮੜਾਵੇ, ਕਟ ਕਟ ਪੀਤਰ ਰਹਿਟ ਚਲਾਵੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਜਿਨ ਜਨਮ ਦਿਆ ਸੋ ਰਿਜਕ ਮੜਾਵੇ। ਜਿਸ ਨੇ ਸਾਨੂੰ ਜਨਮ ਦਿੱਤਾ ਹੈ ਉਹਨੇ ਸਭ ਕੁਝ ਸਾਡਾ ਲਿਖ ਕੇ ਭੇਜਿਆ ਹੈ। ਸਾਡੇ ਕਰਮ ਲਿਖੇ ਗਏ ਨੇ ਉਸ ਵੇਲੇ, ਇਸ ਨੇ ਕਿਸ ਤਰ੍ਹਾਂ ਦੁਨੀਆ ਵਿੱਚ ਰਹਿਣਾ ਹੈ, ਕਿਹੜਾ ਕੰਮ ਕਰਨਾ ਹੈ ਔਰ ਕਿਸ ਤਰ੍ਹਾਂ ਰੋਜੀ ਰੋਟੀ ਇਸ ਨੂੰ ਮਿਲਣੀ ਹੈ। ਅਸੀਂ ਇਹਦੀ ਡਰਦੇ ਰਹਿੰਦੇ, ਕੱਲ੍ਹ ਕੀ ਖਾਵਾਂਗੇ, ਅੱਜ ਕੀ ਖਾਵਾਂਗੇ। ਉਸ ਮਾਲਕ ਨੇ ਸਭ ਕੁਝ ਸਾਡਾ ਲਿਖਾ ਜੋਖਾ ਲਿਖ ਕੇ ਭੇਜਿਆ ਹੋਇਆ, ਖਾ ਰਹੇ। ਮਾਤਾ ਪਿਤਾ ਜਨਮ ਦਿੰਦੇ ਹੈ, ਕਰਮ ਨਹੀਂ ਦਿੰਦੇ ਕਿਸੇ ਨੂੰ। ਮਾਤਾ ਪਿਤਾ ਬੱਚੇ ਪੈਦਾ ਕਰਦੇ ਆ, ਬੱਚਿਆਂ ਨੂੰ ਪੈਦਾ ਕਰ ਸਕਦੇ ਆ, ਲੇਕਿਨ ਉਹਦੇ ਕਰਮ ਨਹੀਂ ਦੇ ਸਕਦੇ। ਕਰਮ ਉਹਨਾਂ ਦੇ ਆਪੋ ਆਪਣੇ ਹੁੰਦੇ ਆ ਹਰ ਬੱਚਿਆਂ ਦੇ। ਜਿਸ ਬੱਚੇ ਦਾ ਜਿੱਥੇ ਕੋਈ ਕਰਮ ਹੈ ਉਸ ਘਰ ਵਿੱਚ ਉਹਨੇ ਆਪੇ ਹੀ ਚਲੇ ਜਾਣਾ। ਔਰ ਉਹ ਲਿਖਿਆ ਸਭ ਕੁਛ, ਜਦ ਜਨਮ ਦਿਆ ਸੋ ਰਿਜਕ ਮੜਾਵੇ, ਕਟ ਕਟ ਪੀਤਰ ਰਹਿਟ ਚਲਾਵੇ। ਹਰ ਇੱਕ ਦੀ ਰੋਜੀ ਰੋਟੀ ਲਿਖ ਕੇ ਭੇਜੀ ਉਸਨੇ, ਫਿਰ ਤੈਨੂੰ ਇਸ ਤਰ੍ਹਾਂ ਰੋਜੀ ਰੋਟੀ ਮਿਲਣੀ ਹੈ। ਕਈ ਵਾਰ ਅਸੀਂ ਦੇਖਦੇ ਹਾਂ ਇੱਕ ਮਾਤਾ ਪਿਤਾ ਦੇ 4-5 ਬੱਚੇ ਹੁੰਦੇ ਆ। ਮਾਤਾ ਪਿਤਾ ਮੈਂ ਪਹਿਲੇ ਵੀ ਦੱਸਿਆ ਜਨਮ ਦਿੰਦੇ ਆ, ਕਰਮ ਨਹੀਂ ਦਿੰਦੇ। ਸਭ ਦੇ ਸੁਭਾਅ ਵੱਖਰੇ ਵੱਖਰੇ ਹੁੰਦੇ ਆ, ਆਪਣਾ ਆਪਣਾ ਕਰਮ ਲੈ ਕੇ ਆਏ ਨਾਲ। ਇੱਕ ਬੱਚਾ ਬੜਾ ਹੁਸ਼ਿਆਰ ਹੁੰਦਾ ਹੈ, ਉਹ ਅਫੀਸਰ ਬਣ ਜਾਂਦਾ ਪੜ੍ਹ ਕੇ। ਇੱਕ ਹੁੰਦਾ ਹੈ ਕੋਈ ਹੋਰ ਮਜ਼ਦੂਰੀ ਕਰਦਾ, ਦਿਹਾੜੀ ਕਰਦਾ ਜਾਂ ਕਰਦਾ ਰੋਟੀ ਖਾ ਰਿਹਾ ਹੈ। ਉਹ ਮਾਤਾ ਪਿਤਾ ਇੱਕੋ ਹੀ ਨੇ, ਲੇਕਿਨ ਕਰਮ ਦੋਹਾਂ ਦੇ ਵੱਖਰੇ ਵੱਖਰੇ ਨੇ। ਕਰਮ ਹਰ ਇੱਕ ਜੀਵ ਦੇ ਵੱਖਰੇ ਵੱਖਰੇ ਨੇ। ਘਰ ਵਿੱਚ ਮੈਂ ਦੱਸਿਆ ਕਿ 4 ਬੱਚੇ ਹੁੰਦੇ ਆ ਤਾਂ ਉਹਨਾਂ ਦੇ ਕਰਮ ਵੱਖਰੇ ਵੱਖਰੇ ਆ। ਇੱਕ ਤੋਂ ਬੜਾ ਅਫੀਸਰ ਬਣ ਗਿਆ, ਇੱਕ ਝਾੜੂ ਫੇਰਨ ਡਿਆ। ਕਰਮ ਨਾਲ ਆਉਂਦਾ ਜੀਵ ਦੇ। ਇਹ ਮਤ ਸੋਚੀਏ ਅਸੀਂ ਹਰ ਇੱਕ ਦੇ ਕਰਮ ਇੱਕੋ ਜਿਹੇ ਹੁੰਦੇ ਆ, ਕਰਮ ਵੱਖਰੇ ਵੱਖਰੇ ਹੁੰਦੇ ਆ। ਹਜ਼ੂਰ ਮਹਾਰਾਜ ਕਈ ਵਾਰ ਦੱਸਦੇ ਹੁੰਦੇ ਸੀ, ਬਚਨ ਕਰਨੇ ਉਹਨਾਂ ਨੇ, ਵੀ ਜਿਹੜੇ ਗੁਰਦੁਆਰੇ ਹੁੰਦੇ ਜਾਂ ਮੰਦਿਰ ਹੁੰਦੇ ਆ, ਧਾਰਮਿਕ ਸਥਾਨ ਹੁੰਦੇ ਆ, ਉੱਥੇ ਕੁਛ ਲੋਕ ਚੋਰੀਆਂ ਕਰਦੇ ਆ। ਜਾ ਕੇ ਧਾਰਮਿਕ ਸਥਾਨਾਂ 'ਤੇ ਜਾ ਕੇ ਜਦੋਂ ਚੋਰੀਆਂ ਕਰਦੇ ਆ, ਕਿਸੇ ਦੀ ਜੁੱਤੀਆਂ ਚੁੱਕ ਲਈਆਂ, ਕਿਸੇ ਦਾ ਝੋਲਾ ਚੁੱਕ ਲਿਆ, ਕਿਸੇ ਦਾ ਕੁਛ ਚੁੱਕ ਲਿਆ। ਅਸੀਂ ਸੋਚਦੇ ਸਾਨੂੰ ਕਿਹੜਾ ਕਿਸੇ ਨੇ ਦੇਖਿਆ। ਹਜ਼ੂਰ ਮਹਾਰਾਜ ਦੱਸਦੇ ਹੁੰਦੇ ਸੀ ਕਿ ਜਦੋਂ ਅਗਲਾ ਜਨਮ ਇਹਨਾਂ ਨੂੰ ਮਿਲਣਾ ਹੈ, ਅਗਲਾ ਜਨਮ ਮਿਲਣਾ ਜਦੋਂ ਇਹਨਾਂ ਨੂੰ, ਫਿਰ ਇਹਨਾਂ ਦੇ ਹੱਥ ਨਹੀਂ ਹੋਣੇ, ਪੈਰ ਵੀ ਪੁੱਠੇ ਹੋਣੇ ਹੁੰਦਾ। ਔਰ ਉਹਨਾਂ ਗੁਰਦੁਆਰਿਆਂ ਅੱਗੇ ਜਾ ਕੇ, ਮੰਦਿਰਾਂ ਅੱਗੇ ਜਾ ਕੇ, ਤੀਰਥ ਸਥਾਨਾਂ 'ਤੇ ਜਾ ਕੇ ਭੀਖ ਮੰਗਦੇ ਆ। ਇਸਦਾ ਇਹ ਮਤ ਸੋਚੇ ਕੋਈ ਕਿ ਅਸੀਂ ਬਚ ਜਾਵਾਂਗੇ, ਉਸ ਤੋਂ ਕੋਈ ਨਹੀਂ ਬਚ ਸਕਦਾ। ਇੱਥੇ ਅਸੀਂ ਝੂਠ ਨਾਲ ਬਚ ਜਾਵਾਂਗੇ, ਇੱਕ ਦੂਜੇ ਦਾ ਨਾਂ ਲਾ ਦਿੰਦੇ ਹਾਂ, ਆਪੇ ਗਲਤ ਕੰਮ ਕਰਕੇ ਦੂਜੇ ਨੂੰ ਫਸਾ ਦਿੰਦੇ ਹਾਂ। ਲੇਕਿਨ ਉਹ ਧਰਮਰਾਜ ਦਾ ਦਰਬਾਰ ਹੈ, ਉੱਥੇ ਧਰਮ ਦੀ ਜਿੱਤ ਹੋਏਗੀ। ਸੱਚ ਦਾ ਦਰਬਾਰ ਹੈ ਉਹ। ਜਿਹੋ ਜਿਹੇ ਅਸੀਂ ਕਰਮ ਕਰਾਂਗੇ ਉਹੋ ਜਿਹਾ ਸਾਨੂੰ ਭੁਗਤਣਾ ਪੈਣਾ। ਅਸੀਂ ਦੇਖਣਾ, ਸਾਨੂੰ ਮਨੁੱਖਾ ਜਨਮ ਸਾਨੂੰ ਇੱਕ ਬੜਾ ਇੱਕ ਸੁਨਹਿਰੀ ਮੌਕਾ ਮਿਲਿਆ ਹੈ ਅੱਛੇ ਕਰਮ ਕਰਨ ਦਾ, ਸਾਧ ਸੰਗਤ ਦੀ ਸੇਵਾ ਕਰਨ ਦਾ, ਭਜਨ ਸਿਮਰਨ ਕਰਨ ਦਾ, ਸੱਚ ਬੋਲਣ ਦਾ, ਕਿਸੇ ਦਾ ਭਲਾ ਕਰਨ ਦਾ। ਗਰੀਬ ਦਾ ਕੋਈ ਭਲਾ ਕਰੋ, ਅੱਛਾ ਆਖੋ, ਕਿਸੇ ਨੂੰ ਮਾੜਾ ਨਾ ਕਿਸੇ ਨੂੰ ਆਖੋ, ਬੋਲੋ। ਸਾਰੀ ਸਾਨੂੰ ਸੋਝੀ ਹੈ ਇਸ ਵੇਲੇ, ਲੇਕਿਨ ਬਾਅਦ 'ਚ ਸਾਨੂੰ ਕਿਸੇ ਨੇ ਨਹੀਂ ਛਡਾਉਣਾ ਉੱਥੋਂ। ਅਸੀਂ ਇਹ ਸੋਚਦੇ ਹਾਂ ਵੀ ਸਾਨੂੰ ਕਿਹੜਾ ਕਹਿਣਾ ਦੇਖਿਆ ਹੈ, ਜੋ ਮਰਜ਼ੀ ਹੈ ਕਰੋ, ਖਾਓ ਪੀਓ ਲਾਓ ਆਨੰਦ, ਕਿਹੜਾ ਕਹਿਣਾ ਪੁੱਛਣਾ, ਜਦੋਂ ਕਿਹੜਾ ਕਹਿਣਾ ਹਿਸਾਬ ਲੈਣਾ ਹੈ। ਪਰ ਜਦੋਂ ਹਿਸਾਬ ਲੈਣਾ ਸਾਡੇ ਕੋਲ ਦਿੱਤਾ ਵੀ ਨਹੀਂ ਜਾਣਾ ਭਾਈ। ਜਾਓ ਦੇਖੋ, ਹਸਪਤਾਲਾਂ ਦੇ ਵਿੱਚ ਪੈਸਾ ਕੋਲ ਪਿਆ, ਉਹਨਾਂ ਦੇ ਮੰਜੀਆਂ 'ਤੇ ਪਿਆ, ਇਲਾਜ ਨਹੀਂ ਹੋ ਰਿਹਾ। ਮੰਜੀਆਂ 'ਤੇ ਪਏ, ਪੈਸਾ ਬਹੁਤ ਹੈ, ਲੇਕਿਨ ਇਲਾਜ ਨਹੀਂ ਹੋ ਰਿਹਾ। ਕਿਸ ਕਰਕੇ? ਉਹ ਕਰਮ ਜਿਤਨਾ ਚਿਰ ਨਹੀਂ ਭੁਗਤਿਆ ਜਾਏਗਾ, ਇਤਨੀ ਦੇਰ ਦੀ ਜਾਨ ਨਹੀਂ ਛੁੱਟੇਗੀ।
ਪੈਸਾ ਬਹੁਤ ਹੈ ਲੇਕਿਨ ਨਹੀਂ ਇਲਾਜ ਹੋ ਰਿਹਾ, ਤੜਫਣ ਰਹੇ ਨੇ ਬੱਚੇ। ਅਸੀਂ ਕੋਈ ਐਸੇ ਕਰਮ ਨਹੀਂ ਕਰਨੇ ਕਿ ਵਾਪਸ ਦੁਨੀਆ ਵਿੱਚ ਅਸੀਂ ਆ ਕੇ ਦੁਬਾਰਾ ਅਸੀਂ ਧੱਕੇ ਖਾਈਏ, ਇੱਥੇ ਆ ਕੇ ਇੱਥੇ ਮਾਰਾਂ ਖਾਈਏ ਸੀ, ਦੁਬਾਰਾ ਕੁੱਤੇ ਬਿੱਲੇ ਗਧੇ ਸੂਰ ਬਣੀਏ ਸੀ। ਦੇਖੋ ਇਹ ਵੀ ਜੂਨਾਂ ਨੇ। ਹੁਣ ਤਾਂ ਸਰਦੀ ਦਾ ਮੌਸਮ ਚਲਾ ਗਿਆ, ਸਰਦੀ ਦੇ ਮੌਸਮ ਵਿੱਚ ਦੇਖੀਏ ਅਸੀਂ ਆਪਣੀਆਂ ਜਾਈਆਂ ਲੈ ਕੇ ਕੰਬਲ ਲੈ ਕੇ ਸੁੱਤੇ ਹੋਏ ਹਾਂ, ਲੇਕਿਨ ਇਹਨਾਂ ਵਿਚਾਰਿਆਂ ਦਾ ਕੌਣ ਹੈ ਜੀ ਪਤਾ। ਇਹ ਵੀ ਕਦੀ ਇਨਸਾਨ ਸੀ, ਮਾੜਾ ਕਰਮ ਹੋ ਗਿਆ ਇਹਨਾਂ ਪਾਸੋਂ, ਕੋਈ ਗਲਤੀ ਹੋ ਗਈ ਕੋਈ ਐਸੀ ਜਿਸ ਦਾ ਨਤੀਜਾ ਭੁਗਤਣਾ ਪੈ ਰਿਹਾ ਇਹਨਾਂ ਨੂੰ, ਨਤੀਜਾ ਭੁਗਤਣਾ ਪੈ ਰਿਹਾ। ਠੰਡ ਵਿੱਚ ਦੇਖਿਆ ਕਈ ਵਾਰ ਮੈਂ ਯੂਪੀ ਵਿੱਚ ਜਾਣਾ, ਬੜਾ ਤਰਸ ਆਉਂਦਾ ਮਨ ਦੇ ਵਿੱਚ ਕਿ ਯੂਪੀ ਵਿੱਚ ਹੁਣ ਗਾਈਆਂ ਬਹੁਤ ਖੁੱਲ੍ਹੀਆਂ ਛੱਡੀਆਂ ਉਹਨਾਂ ਨੇ, ਕਈ ਗੱਡੀ ਥੱਲੇ ਆ ਕੇ ਵਿਚਾਰੀਆਂ ਅੱਧੀਆਂ ਕੱਟੀਆਂ ਜਾਂਦੀਆਂ, ਸੜਕਾਂ 'ਚ ਪਈਆਂ ਹੁੰਦੀਆਂ ਤੜਫਦੀਆਂ। ਕਰਮਾਂ ਤੋਂ ਬਗੈਰ ਕਿਸੇ ਨੂੰ ਕੰਡਾ ਨਹੀਂ ਚੁੱਭਦਾ, ਕੰਡੇ ਉੱਤੇ ਪੈਰ ਆਏਗਾ ਨਹੀਂ। ਜੇ ਕਰਮ ਹੋਏਗਾ ਤਾਂ ਜਿਹੜਾ ਕੰਡਾ ਪੈਰ ਦੇ ਥੱਲੇ ਲੱਗੇਗਾ, ਜਾ ਵੱਜ ਜਾਂਦਾ ਬੰਦਾ। ਕੰਡਾ ਪਾਉਣ ਨਾ ਗਾਡੀਏ, ਸਤਿਗੁਰ ਰੱਖਣ ਹਾਰਾ ਹੈ, ਕਦੀ ਕਿਸੇ ਨੂੰ ਕੰਡਾ ਵੀ ਨਹੀਂ ਚੁੱਭਦਾ। ਅਗਰ ਕਰਮ ਮਾੜੇ ਨੇ ਸਾਡੇ, ਇਹ ਮਤ ਸੋਚੀਏ ਲੇਖਾ ਨਹੀਂ ਹੋਣਾ, ਲੇਖਾ ਜੋਖਾ ਹੋਣਾ ਆ। ਜਦੋਂ ਹੋਣਾ ਭਾਈ ਫਿਰ ਦਿੱਤਾ ਵੀ ਨਹੀਂ ਜਾਣਾ। ਗੁਰੂ ਸਾਹਿਬ ਜੀ ਜੋ ਬਾਣੀਆਂ ਦੁਆਰਾ ਸਾਨੂੰ ਸਮਝਾ ਰਹੇ ਨੇ, ਬਾਣੀਆਂ ਦੁਆਰਾ ਦੱਸ ਰਹੇ ਨੇ, ਸਾਨੂੰ ਠੀਕ ਸਮਝਾ ਰਹੇ ਨੇ। ਹਾਂਜੀ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੇ ਕਰੀਮਾ ਸਮਾਰ ਸਵੇਰਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਕਰ ਬੰਦਗੀ ਛਾੜ ਮੈਂ ਮੇਰਾ। ਛੱਡ ਦੇ ਮੈਂ ਮੇਰੇ ਦਾ, ਮੇਰਾ ਕਰਦੇ ਆ, ਆਪਣਾ ਇੱਥੇ ਕੁਝ ਵੀ ਨਹੀਂ ਭਾਈ। ਕੀ ਲੈ ਕੇ ਜਾਣਾ ਸੀ, ਕੀ ਲੈ ਕੇ ਆਏ ਸੀ ਅਸੀਂ? ਜਦੋਂ ਆਏ ਸੀ ਨੰਗੇ ਆਏ ਸੀ ਅਸੀਂ, ਤੇ ਤਾਂ ਨੰਗੋ ਆਏ ਸੀ, ਨੰਗੋ ਸਦਾਸੀ। ਉਹੀ ਕੱਪੜਾ ਮਿਲਣਾ ਸਾਨੂੰ 2-3 ਗਜ ਦਾ, ਹੋਰ ਕੁਝ ਨਹੀਂ ਮਿਲਣਾ। ਲੇਕਿਨ ਕਰਮ ਅੱਛੇ ਹੋਣਗੇ ਤੇ ਅਸੀਂ ਆਪਣੇ ਦੇ ਮਾਲਕ ਦੇ ਪਾਸ ਚਲੇ ਜਾਵਾਂਗੇ। ਦੁਬਾਰਾ 84 ਵਿੱਚ ਨਹੀਂ ਜਾਵਾਂਗੇ ਅਸੀਂ। 84 ਦੇ ਦੁੱਖ ਬਹੁਤ ਬੜੇ ਨੇ, ਜਿਹੜਾ ਬੰਦਾ ਵਿਚਾਰ ਕਰੇ ਉਹਦੇ ਵਾਸਤੇ ਬਹੁਤ ਬੜੇ ਨੇ। ਦੇਖਦੇ ਹਾਂ ਅਸੀਂ, ਮੈਂ ਇੱਕ ਵਾਰ ਮਹਾਰਾਜ ਨੇ ਭੇਜਿਆ ਸੀ ਮੈਨੂੰ, ਕਿਤੇ ਮੈਂ ਜਾਣਾ ਸੀ ਜੰਮੂ, ਗੱਡੀ ਲੈ ਕੇ ਜਾ ਰਿਹਾ ਸੀ। ਰਸਤੇ ਵਿੱਚ ਇੱਕ ਬਛੜਾ ਮਰਿਆ ਪਿਆ ਸੀ, ਬਟਾਲੇ ਦੇ ਲਾਗੇ ਮੋੜ ਪੈਂਦਾ, ਉੱਥੇ ਮਰਿਆ ਪਿਆ ਸੀ। ਉਹਦੀ ਜਿਹੜੀ ਮਾਂ ਸੀ ਗਾਈ ਜਿਹੜੀ, ਉਹ ਖੜੀ ਸੀ ਲਾਗੇ, ਇਸ ਤਰ੍ਹਾਂ ਅੱਖਾਂ 'ਚੋਂ ਪਾਣੀ ਆ ਰਿਹਾ ਸੀ, ਅੱਖਾਂ 'ਚੋਂ ਪਾਣੀ ਆ ਰਿਹਾ। ਲੋਕਾਂ ਨੇ ਉੱਥੇ ਬੜਾ ਘਾਹ ਵੀ ਰੱਖਿਆ ਸੀ, ਬੜਾ ਕੋਈ ਖਾ ਲੇਕਿਨ ਨਹੀਂ, ਉਸਨੇ ਨਹੀਂ ਖਾਧਾ। ਲੇਕਿਨ ਉਹ ਮਰ ਚੁੱਕਾ ਸੀ। ਉਹਦੇ ਵੱਲ ਦੇਖ ਕੇ ਰੋਂਦੀ ਸੀ। ਮੈਂ ਜੰਮੂ ਹੋ ਕੇ ਵਾਪਸ ਵੀ ਆ ਗਿਆ, ਬਛੜਾ ਤੇ ਲੈ ਗਏ ਕਾਰਪੋਰੇਸ਼ਨ ਵਾਲੇ ਉਠਾ ਕੇ, ਲੇਕਿਨ ਉਹਦੀ ਜਿਹੜੀ ਮਾਂ ਸੀ ਬਛੜੇ ਦੀ, ਉੱਥੇ ਪਈ ਤੜਫ ਕੇ ਮਰੀ। ਉਹ ਦੱਸਦੇ ਆ ਕੁਛ ਨਹੀਂ ਖਾਂਦੀ, ਦੱਸਿਆ। ਮੈंने ਪੁੱਛਿਆ ਉਹਨਾਂ ਨੂੰ, ਲਾਗੇ ਲੋਕ ਜਿਹੜੇ ਰਹਿੰਦੇ ਵੀ ਚਲੀ ਗਈ, ਇਹ ਕੌਣ ਲੈ ਗਿਆ? ਕਹਿੰਦੇ ਨਹੀਂ, ਮਰ ਗਈ ਇੱਕ ਦਿਨ ਤੜਫ ਕੇ। ਇਹ ਕਰਮ ਰੋਗ ਜਿਹੜਾ ਹੈ ਜਾਨ ਨਹੀਂ ਛੱਡਦਾ ਬੰਦੇ ਦੀ, ਇਹ ਭੁਗਤ ਕੇ ਹੀ ਸਾਹ ਮਿਲਦਾ ਹੈ। ਅਸੀਂ ਕੋਈ ਐਸਾ ਕਰਮ ਕਰਨਾ ਹੀ ਨਹੀਂ, ਅੱਛੇ ਕਰਮ ਕਰਨੇ ਹੈ। ਪਿਆਰ ਕਰੋ ਇੱਕ ਦੂਸਰੇ ਨੂੰ। ਸਾਰੇ ਜੀਵ ਮਾਲਕ ਨੇ ਬਣਾਏ, ਕੋਈ ਦੂਜੇ ਨਹੀਂ ਹੈਗੇ ਹੈ। ਸਾਡਾ ਸਭ ਦਾ ਮਾਲਕ ਏਕ ਹੈ। ਕਿਉਂ ਲੜਦੇ ਅਸੀਂ, ਕਿਉਂ ਝਗੜਦੇ ਹਾਂ, ਕਾਹਦੇ ਤੋਂ ਝਗੜਦੇ ਹਾਂ? ਛੋਟੀਆਂ ਗੱਲਾਂ ਤੋਂ ਅਸੀਂ ਝਗੜ ਰਹੇ ਹਾਂ, ਛੋਟੀ ਜ਼ਮੀਨਾਂ ਤੋਂ ਸਾਡੇ ਝਗੜੇ ਹੋ ਰਹੇ ਨੇ। ਨਾਲ ਲੈ ਜਾਂਗੇ ਚੁੱਕ ਕੇ ਇਹਨੂੰ ਅਸੀਂ, ਕੋਈ ਲੈ ਕੇ ਗਿਆ ਅਜੇ ਤੱਕ ਜ਼ਮੀਨਾਂ ਨੂੰ? ਇਸ ਵਾਸਤੇ ਆਪਣੇ ਹੱਕ ਤੇ ਰਹੋ। ਹੋ ਸਕੇ ਤਾਂ ਕਿਸੇ ਗਰੀਬ ਦਾ ਭਲਾ ਕਰ ਦਿਓ, ਹੋ ਸਕੇ ਤਾਂ ਕਿ ਗਰੀਬ ਨੂੰ ਰੋਟੀ ਦੇ ਦਿਓ। ਜਿਹਦੇ ਕੋਲ ਰੋਟੀ ਨਹੀਂ ਹੋਗੀ ਉਹਨੂੰ ਸੁੱਖ ਦਿਓਗੇ, ਰੋਟੀ ਦਿਓਗੇ ਤਾਂ ਤੁਹਾਨੂੰ ਸੀਸ ਦੇਗਾ ਉਹ। तुलसी जगत सराम है, 2 पले हैं काम, देनी मुश्ती अन्न की लेने को हर नाम। तुलसीदास लिखते हैं तो 2 काम चंगे। तुलसी जगत सराम में 2 पले हैं काम, देनी मुश्ती अन्न की। अगर किसी को गरीब ने कोई तुसी रोटी दोगे तो अंदरों सीस देगा थानू, जा पुत्र राजी रह, कुछ ना कुछ कहेगा जरूर हो। अगर लेना तो फिर नाम मंगो संतां दे पासों, सुख मंगो, मिल जाएगा। जे असीं मंगना ही नहीं तो कित्थे जावे सानू देण। रोज़ उठिए बैठिए मालक नूं याद करिए। देखो गुरु रविदास जी महाराज की बाणी पढ़ रहे हैं असीं, कितने प्यार की बाणी है। थोड़ा भी असीं असर कर लईए तो बहुत सारा सानू फायदा हो सकता है। गुरु साहब जी जो बाणी द्वारा सानू समझा रहे हैं, ठीक समझा रहे हैं। हाँ जी। जो दिन आवे सो
दुख में जाई, कीजे कूच रो सच नाई। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਜੋ ਦਿਨ ਆਵੇ ਸੋ ਦੁੱਖ ਮੈਂ ਜਾਈ, ਕੀਜੇ ਕੂਚ ਰਿਓ ਸੱਚ ਨਹੀਂ। ਜੀਣਾ ਝੂਠ, ਮਰਨਾ ਸੱਚ। ਜੀਣਾ ਝੂਠ ਹੈ ਸਾਡਾ, ਜੋ ਅਸੀਂ ਕਹਿੰਦੇ ਅਸੀਂ ਕਿਹੜਾ ਮਰਨਾ ਹੈ, ਉਹ ਮਰ ਗਿਆ, ਮੈਂ ਥੋੜ੍ਹੇ ਮਰਨਾ ਹੈ, ਪਰ ਸਭ ਨੇ ਜਾਣਾ। ਜੀਣਾ ਝੂਠ ਹੈ, ਮਰਨਾ ਸੱਚ ਹੈ, ਆਖਰ ਇੱਕ ਦਿਨ ਚਲੇ ਜਾਣਾ। ਜੋ ਗੁਰੂ ਸਾਹਿਬ ਜੀ ਬਾਣੀ ਦੁਆਰਾ ਸਮਝਾ ਰਹੇ ਨੇ ਕਿ ਝੂਠ ਹੈ, ਝੂਠੀ ਜੀਵਨ ਜੀ ਰਹੇ ਅਸੀਂ। ਕੋਈ ਬੰਦਾ ਦੁਨੀਆ ਦੇ ਵਿੱਚ ਮੈਨੂੰ ਦੱਸ ਦਿਓ ਜਿਹੜਾ ਕਿ ਬਹੁਤ ਸੁਖੀ ਹੈ। ਕੋਈ ਤੁਹਾਨੂੰ ਨਹੀਂ ਮਿਲੇਗਾ। ਜਦੋਂ ਕੋਈ ਮਿਲਦਾ ਹੈ, ਸਲਾਹ ਹਾਲ ਚਾਲ ਪੁੱਛਦੇ ਆ ਉਸਨੂੰ, ਸੁਣਾਓ ਭਾਈ ਕੀ ਹਾਲ ਹੈ, ਇੱਕ ਵਾਰ ਕਹਿ ਦਿੰਦਾ ਮੈਂ ਠੀਕ ਹਾਂ, ਤੇ ਜਦੋਂ ਕੋਲ ਬਹਿ ਜਾਂਦਾ ਫਿਰ ਦੁੱਖਾਂ ਦੀਆਂ ਪੰਡਾਂ ਖੋਲ ਕੇ ਰੱਖ ਦਿੰਦਾ। ਇੱਕ ਦੇ ਉੱਤੇ ਇੱਕ ਗੱਲ, ਇੱਕ ਮੇਰੀ ਗੱਲ ਹੋਰ ਸੁਣ ਲੈ, ਇੱਕ ਮੇਰੀ ਗੱਲ ਹੋਰ ਸੁਣ ਲੈ। ਦੁਖੀ ਹੈ ਹਰ ਇਨਸਾਨ। ਕਿੱਥੇ ਇੱਥੇ ਸੁੱਖ? ਕਾਲ ਦੇ ਦੇਸ਼ ਵਿੱਚ ਸੁੱਖ ਹੈ ਕਿੱਥੇ? ਜੇ ਤੋ ਘਰ ਹੈ ਕਾਲ ਕਾ, ਘਰ ਆਪਣਾ ਮਤ ਜਾਣ, ਨਿਸ਼ਚੈ ਕਰਕੇ ਮਾਨੀਓ ਜੋ ਅਬ ਕਹੂੰ ਬਖਾਨ। ਗੁਰੂ ਸਾਹਿਬ ਜੀ ਲਿਖਦੇ ਆ ਵੀ ਇਹ ਸਾਡਾ ਦੇਸ਼ ਨਹੀਂ, ਇਹ ਸਾਡਾ ਘਰ ਨਹੀਂ, ਕਾਲ ਦਾ ਦੇਸ਼ ਹੈ। ਔਰ ਕਾਲ ਦੇ ਦੇਸ਼ ਵਿੱਚ ਦੁੱਖ ਹੀ ਦੁੱਖ ਨੇ, ਦੁੱਖ ਹੀ ਦੁੱਖ ਨੇ। ਕਿਹੜਾ ਬੰਦਾ ਸੁਖੀ ਹੈ ਇੱਥੇ ਦੱਸੋ? ਕੋਈ ਸੁਖੀ ਨਹੀਂ। ਬੜੇ ਬੜੇ ਪੈਸਿਆਂ ਵਾਲੇ ਨੂੰ ਪੁੱਛ ਕੇ ਦੇਖੋ ਕੀ ਹਾਲ ਹੋ ਗਿਆ ਉਹਨਾਂ ਦਾ। ਬੜੀ ਬੜੀ ਜ਼ਮੀਨ ਵਾਲਿਆਂ ਨੂੰ ਪੁੱਛੋ ਕੀ ਹਾਲ ਹੋ ਗਿਆ। ਬਾਕੀ ਹੈ ਕੋਈ ਕਿਸੇ ਦਾ ਨਹੀਂ। ਹਜ਼ੂਰ ਮਹਾਰਾਜ ਜੀ ਦੇ ਵਕਤ ਮਹਾਰਾਜ ਦਰਸ਼ਨ ਦੇ ਰਹੇ ਸੀ। ਇੱਕ ਬੀਬੀ ਸੀ, ਉਹ ਛਾਣੀ ਕਹਿੰਦੇ ਸੀ ਮਹਾਰਾਜ ਇਸ ਨੂੰ, ਉਹਦੇ ਚੰਗੇ ਉਹਦੇ ਜ਼ਮੀਨਾਂ ਵੀ ਹੈਗੀਆਂ ਸੀ, ਮਕਾਨ ਵੀ ਹੈਗੇ ਸੀ। ਮਹਾਰਾਜ ਦੇ ਕੋਲ ਆਈ ਆ, ਉਹ ਸਿਆਲ ਦੇ ਦਿਨ ਸੀ, ਬੁੱਕਲ ਮਾਰੀ ਸੀ, ਮਹਾਰਾਜ ਦਰਸ਼ਨ ਦੇ ਰਹੇ ਸੀ, ਬੈਠੇ ਸੀ। ਮਹਾਰਾਜ ਕਹਿਣ ਲੱਗੇ, ਸੁਣਾ ਛਾਣੀ ਤੂੰ ਠੀਕ ਠਾਕ ਹੈ? ਰੋ ਪਈ ਵਿਚਾਰੀ। ਕਹਿੰਦੀ ਮਹਾਰਾਜ ਜੀ ਮੇਰੀ ਕੋਈ ਜ਼ਿੰਦਗੀ ਨਹੀਂ ਹੈ। ਮਹਾਰਾਜ ਕਹਿੰਦੇ ਇੰਨੇ ਪੈਸੇ ਤੇਰੇ ਕੋਲ, ਸਭ ਕੁਝ, ਕੋਠੀਆਂ ਤੇਰੇ ਕੋਲ, 4 ਤੇਰੇ ਬੱਚੇ ਹੈ, ਕਾਹਦਾ ਦੁੱਖ ਹੈ ਤੈਨੂੰ? ਕਹਿੰਦੇ ਮਹਾਰਾਜ ਜੀ ਮੈਂ ਸਾਰੇ ਬੱਚਿਆਂ ਨੂੰ ਵੰਡ ਕੇ ਦੇ ਦਿੱਤਾ, ਸਭ ਕੁਝ 4 ਬੱਚਿਆਂ ਨੂੰ ਜ਼ਮੀਨਾਂ ਦੇ ਦਿੱਤੀਆਂ। ਬੈਂਕ ਵਿੱਚ ਮੈਂ ਥੋੜ੍ਹੇ ਜਿਹੇ ਪੈਸੇ ਰੱਖ ਲਏ ਕਿ ਮੈਨੂੰ ਲੋੜ ਪਏਗੀ ਮੈਂ ਦਵਾ ਦਾਰੂ ਪਰ ਲੈ ਲਿਆ ਕਰਾਂਗੀ, ਮੈਨੂੰ ਪਤਾ ਨਹੀਂ ਕਿਹੜਾ ਦੇਣਾ ਕਿ ਜਾਂ ਨਹੀਂ ਦੇਣਾ। ਹੁਣ ਕਹਿੰਦੀ ਮੈਂ ਪੈਸੇ ਰੱਖੇ ਸੀ, ਮੇਰੇ ਪੁੱਤਰ ਮੈਨੂੰ ਕਹਿੰਦੇ ਸਾਨੂੰ ਦੇ ਦੇ। ਮੈਂ ਆਖਿਆ ਪੁੱਤ ਮੈਂ ਮਰ ਜਾਣਾ, ਤੁਹਾਡੇ ਹੀ ਲੈ ਲਿਓ, ਵੰਡ ਲਿਓ ਤੁਸੀਂ ਆਪੋ ਪਿੱਛੇ, ਮੈਂ ਤਾਂ ਮਰ ਹੀ ਜਾਣਾ ਇੱਕ ਦਿਨ। ਕਹਿੰਦੇ ਨਹੀਂ ਹੁਣ ਦੇ, ਲੈ ਕੇ ਬੈਂਕ 'ਚੋਂ ਕੱਢ ਕੇ। ਕਹਿੰਦੀ ਮਹਾਰਾਜ ਜੀ ਮੈਂ ਨਹੀਂ ਸੀ ਦਿੰਦੀ, ਮੇਰੇ ਦੋਵੇਂ ਹੱਥ ਹੁਣ ਨਾ ਭੰਨ ਦਿੱਤੇ ਡਾਂਗਾ ਮਾਰ ਕੇ। ਇਹ ਧੀਆਂ ਪੁੱਤਰ ਇਹ ਸਾਥ ਦੇਣਗੇ ਸਾਡਾ? ਸਾਡਾ ਸਾਥੀ ਕਿਸੇ ਨੇ ਵੀ ਹੋਣਾ ਸਵਾਏ ਬਾਬੇ ਤੋਂ, ਸਵਾਏ ਨਾਮ ਤੋਂ, ਸਵਾਏ ਬੰਦਗੀ ਤੋਂ ਕਿਸੇ ਨੇ ਸਾਡਾ ਸਹਾਈ ਨਹੀਂ ਹੋਣਾ। ਔਰ ਇਹ ਸਾਡੇ ਸਾਹਮਣੇ ਸਭ ਕੁਝ ਹੋ ਰਿਹਾ। ਇਤਨਾ ਕੁਛ ਹੁੰਦਿਆਂ ਹੋਇਆਂ ਵੀ ਜੰਮੂ ਦੀ ਮਹਾਰਾਜ ਜੀ ਗੱਲ ਦੱਸਦੇ ਹੁੰਦੇ ਸੀ ਕਿ ਇੱਕ ਬੰਦਾ ਨੌਕਰੀ ਕਰਦਾ, ਉਸ ਨੂੰ ਕੋਈ ਪੈਸੇ ਮਿਲੇ ਕਾਫੀ, ਆਪ ਜਦ ਪੈਨਸ਼ਨ ਮਿਲੀ ਉਸ ਨੂੰ, ਘਰ ਉਹਦਾ ਦੂਰ ਸੀ, ਘਰ ਥੋੜ੍ਹਾ ਦੂਰ ਸੀ ਅਤੇ ਹਨੇਰਾ ਹੋ ਗਿਆ। ਸੋਚਦਾ ਹੈ ਕਿ ਮੈਂ ਇੱਥੇ ਮੇਰੀ ਭੈਣ ਹੈ, ਮੈਂ ਇਹਦੇ ਕੋਲ ਨਾ ਰਹਿ ਲਵਾਂ, ਆਪਣੀ ਭੈਣ ਕੋਲ ਸਵੇਰੇ ਉੱਠ ਕੇ ਚਲਾ ਜਾਵਾਂਗਾ, ਰਾਤ ਕੋਈ ਪੈਸੇ ਨਾ ਖੋਹ ਲਵੇ ਮੇਰੇ ਕੋਲੋਂ। ਮਨ 'ਚ ਬਣਾ ਲਿਆ, ਆਪਣੀ ਭੈਣ ਕੋਲ ਚਲਾ ਗਿਆ। ਭੈਣ ਮੈਂ ਜਾਣਾ ਸੀ, ਹਨੇਰਾ ਹੋ ਗਿਆ, ਅਤੇ ਮੈਂ ਸੋਚਿਆ ਚਲੋ ਆਪਣੀ ਭੈਣ ਕੋਲ ਚੱਲਦਾ ਮੈਂ, ਅਤੇ ਮੈਂ ਤੇਰੇ ਕੋਲ ਆ ਗਿਆ। ਆਉਂਦੀ ਲੈ ਵੀਰਿਆ ਤੂੰ ਸੌਂ ਇੱਥੇ ਸਾਡੇ ਕੋਲ, ਫਿਰ ਕਿਹੜੀ ਗੱਲ ਹੈ। ਦੋਵਾਂ ਨੇ ਸਲਾਹ ਕੀਤੀ, ਉਹਦੇ ਘਰ ਵਾਲੇ ਨੇ ਅਤੇ ਉਹਨੇ ਆਪ। ਕਹਿਣ ਲੱਗੀ ਘਰ ਵੀ ਪੈਸੇ ਬੜੇ ਲਿਆਇਆ, ਜੇ ਇਹਦੇ ਕੋਲ ਪੈਸੇ ਅਸੀਂ ਖੋਹ ਲਈਏ ਅਤੇ ਇਹਨੂੰ ਮਾਰ ਦਈਏ, ਇਹਦਾ ਪਤਾ ਵੀ ਨਾ ਲੱਗੇ ਵੀ ਕੌਣ ਮਾਰ ਗਿਆ, ਸਾਡਾ ਨਾਮ ਹੀ ਨਾ ਲੱਗੇ। ਦੇਖੋ ਭੈਣ ਭਰਾ ਦਾ ਰਿਸ਼ਤਾ ਹੋਣ ਲਿਆ। ਆਖਰ ਉਹਨਾਂ ਨੇ ਕੀ ਕੀਤਾ, ਉਸ ਨੂੰ ਲੱਤਾਂ ਬੰਨ੍ਹ ਲਈਆਂ, ਉਹਦੀਆਂ ਲੱਤਾਂ ਬੰਨ੍ਹ ਲਈਆਂ, ਲੰਮੇ ਪਾ ਲਿਆ, ਮੂੰਹ ਵਿੱਚ ਰੂੰ ਪਾ ਦਿੱਤਾ ਕਿ ਬਈ ਬੋਲੇ ਨਾ। ਆਖਰ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਕੁੱਟਿਆ, ਜੋ ਹੈਗਾ ਸੀ ਉਹਦੇ ਕੋਲੋਂ ਲੈ ਲਿਆ। ਬੰਦੇ ਨੇ ਕਿਹਾ ਆਪਣੀ ਘਰ ਵਾਲੀ ਨੂੰ ਵੀ ਜਾ ਕੇ ਹੁਣ ਬੀਬੀ ਨੂੰ ਦੱਸ ਦੇ ਵੀ ਉਹ ਮਰ ਗਿਆ, ਉਹ ਚੁੱਕ ਕੇ ਲੈ ਜਾਓ ਇਸ ਨੂੰ। ਉਹਨੇ ਘਰ ਜਾ ਕੇ ਸੁਣਾ ਦੇ ਦਿੱਤਾ ਕਿ ਵੀਰ ਆਇਆ ਸੀ, ਸੁੱਤਾ ਹੀ ਸੌਂ ਗਿਆ, ਮੁੜ ਕੇ ਉੱਠਿਆ ਹੀ ਨਹੀਂ ਹੈ। ਸਭ ਤੋਂ ਜ਼ਿਆਦਾ ਦਰਦ ਮਾਂ ਨੂੰ ਹੁੰਦਾ ਬੱਚੇ ਦਾ।
ਨੱਠੀ ਗਈ ਆਪਣੇ ਬੱਚੇ ਦੇ ਕੋਲ ਦੂਜੇ ਦਿਨ। ਮੈਂ ਦੇਖਦੀ ਹਾਂ ਵੀ ਕੀ ਗੱਲ ਹੋਈ ਮੇਰੇ ਪੁੱਤਰ ਨੂੰ। ਜਾ ਕੇ ਦੇਖਿਆ ਤੇ ਪਿਆ, ਜਦ ਲੱਗੀ ਰੋਣ ਉੱਥੇ ਬਹਿ ਕੇ ਉਹਦੇ ਸਰਾਣੇ ਕਿ ਪੁੱਤਰਾ ਤੈਨੂੰ ਕੀ ਹੋ ਗਿਆ, ਤੂੰ ਚੰਗਾ ਭਲਾ ਗਿਆ ਸੀ। ਆਖਰ ਜਦੋਂ ਉਹਨੇ ਮੂੰਹ ਤੇ ਹੱਥ ਫੇਰਿਆ ਉਹਦੇ ਇੱਥੇ, ਉਹ ਰੋਣ ਲੱਗਾ ਸੀ ਉਹਦੇ ਮੂੰਹ ਨੂੰ ਇੱਥੇ, ਉਹਨੇ ਫੜ ਕੇ ਖਿੱਚਿਆ, ਹੋਰ ਆ ਗਿਆ, ਹੋਰ ਖਿੱਚਿਆ, ਹੋਰ ਆ ਗਿਆ, ਕਿੰਨਾ ਸਾਰਾ ਰੂੰ ਉਹਦੇ ਮੂੰਹ ਚੋਂ ਨਿਕਲਿਆ। ਪੁੱਛਿਆ ਇਹ ਕੀ ਗੱਲ ਹੈ? ਆਖਰ ਉਹਨੇ ਕਹਿਤਾ ਆਪਣੀ ਧੀ ਨੂੰ ਪੁੱਛ ਜਿਹਨੇ ਕੰਮ ਕੀਤਾ ਹੈ, ਆਪਣੀ ਧੀ ਨੂੰ ਪੁੱਛ ਜਾ ਕੇ। ਦੇਖੋ ਭੈਣ ਭਰਾ ਦਾ ਕਿਤਨਾ ਪਿਆਰ ਹੁੰਦਾ ਆਪਸ ਦੇ ਵਿੱਚ। ਰੱਖੜੀ ਬਣਦੀ ਹੈ ਭੈਣ ਨੂੰ, ਰਕਸ਼ਾ ਬੰਧਨ ਹੁੰਦਾ ਉਹ, ਔਰ ਆਪਣੀ ਉਸ ਝੂਠੀ ਮਾਇਆ ਵਾਸਤੇ ਦੇਖ ਲਓ ਉਸਨੇ ਕੀ ਕੀਤਾ। ਦੁਨੀਆ 'ਚ ਕੋਈ ਕਿਸੇ ਦਾ ਯਾਰ ਨਹੀਂ। ਇਹ ਮਤ ਕੋਈ ਸੋਚੇ ਕਿ ਮੇਰਾ ਇਹ ਸੱਚਾ ਸਾਥੀ ਹੈ, ਆਪਣੇ ਹੀ ਧੋਖਾ ਦੇਣਗੇ। ਜਦੋਂ ਦੇਣਗੇ ਯਾਦ ਰੱਖ ਲਿਓ, ਜਿਹੜਾ ਤਾਂ ਤੁਸੀਂ ਵਿਸ਼ਵਾਸ ਕਰ ਲਓਗੇ, ਤੁਸੀਂ ਪੈਸੇ ਦੇ ਦੋਗੇ ਉਹਨਾਂ ਨੂੰ, ਮੁੜ ਕੇ ਵਾਪਸ ਨਾ ਮੰਗਿਓ ਉਹਨਾਂ ਕੋਲੋਂ, ਨਾ ਉਹ ਮਿਲਣੇ ਤੁਹਾਨੂੰ। ਸਾਡਾ ਇਸ ਉੱਥੇ ਕੋਈ ਨਹੀਂ ਹੋਏਗਾ ਸਿਵਾਏ ਸਤਿਗੁਰ ਤੋਂ, ਸਾਨੂੰ ਕੋਈ ਬਚਾ ਹੀ ਨਹੀਂ ਸਕਦਾ। ਜਿਸ ਨੂੰ ਅਸੀਂ ਵਿਸਾਰ ਬੈਠੇ ਹਾਂ, ਅਸੀਂ ਯਾਦ ਰੱਖਣਾ ਮਾਲਕ ਨੂੰ। ਕੋਈ ਨਾ ਕੋਈ ਤੁਸੀਂ ਆਪਣਾ ਜਾਪ ਕਰਦੇ ਹੋਵੋਗੇ, ਭਜਨ ਤੇ ਬੈਠਦੇ ਹੋਵੋਗੇ, ਲੇਕਿਨ ਜ਼ਰੂਰ ਮਾਲਕ ਪਾਸੋਂ ਦਇਆ ਮੰਗਿਓ ਔਰ ਅੱਛੇ ਕਰਮ ਕਰਨੇ ਆ। ਸਾਧ ਸੰਗਤ ਦੀ ਸੇਵਾ ਕਰੋ, ਬਹੁਤ ਅੱਛਾ, ਕੋਈ ਦੁੱਖ ਨਹੀਂ ਕਿਸੇ ਨੂੰ ਆਏਗਾ। ਹੁਣ ਮੈਂ ਕਿਤਨੇ ਚਿਰ ਤੋਂ ਮੈਂ ਡੇਰੇ ਹੀ ਹਾਂ, ਮੈਨੂੰ ਤੇ 52 ਸਾਲ ਹੋ ਗਏ ਹਮਾਰੀ ਦੇ ਨਾਲ। ਜਿਤਨੇ ਵੀ ਜੀਵ, ਆ ਜਲੰਧਰ ਦੀ ਵੀ ਗੱਲ ਹੈਗੀ ਆ, ਥੋੜ੍ਹੇ ਚਿਰ ਦੀ ਗੱਲ ਹੈ ਜੀ। ਜਿਤਨੇ ਵੀ ਜੀਵ ਜਾ ਰਹੇ ਨੇ ਆਪਣੀ ਔਧ ਪੂਰੀ ਕਰਕੇ, ਜਾਣਾ ਤਾਂ ਸਭ ਨੇ ਇੱਕ ਦਿਨ, ਲੇਕਿਨ ਪੁੱਛੋ ਕਿਸ ਤਰ੍ਹਾਂ ਜਾ ਰਹੇ ਨੇ। ਕਿਸੇ ਨੂੰ ਕੋਈ ਦੁੱਖ ਨਹੀਂ ਆਇਆ, ਕੋਈ ਤੜਫਿਆ ਨਹੀਂ। ਮਹਾਰਾਜ ਜੀ ਆਪ ਬਾਂਹ ਫੜ ਕੇ ਲੈ ਕੇ ਜਾ ਰਹੇ ਨੇ। ਮੇਰੇ ਕੋਲ ਹੀ ਆਉਂਦੇ ਸਾਰੇ, ਮਿਲਦੇ ਮੈਨੂੰ ਆ ਕੇ, ਕਿਸੇ ਨੂੰ ਕੋਈ ਦੁੱਖ ਨਹੀਂ ਆਇਆ, ਕਿਉਂਕਿ ਉਹ ਗਲਤ ਪਾਸੇ ਗਏ ਹੀ ਨਹੀਂ ਲੋਕ। ਸਾਧ ਸੰਗਤ ਵਿੱਚ ਰਹੇ ਹੈ, ਸਤਸੰਗ ਕੀਤਾ, ਸਤਸੰਗ ਸੁਣਿਆ, ਭਜਨ ਕੀਤਾ। ਇਹ ਸਾਡੀ ਆਪਣੀ ਜਾਇਦਾਦ ਹੈ, ਬਾਕੀ ਪੈਸਾ ਸਾਡੀ ਜਾਇਦਾਦ ਨਹੀਂ। ਪੈਸੇ ਨੇ ਬੜੇ ਬੜੇ ਰੁਲਾ ਦਿੱਤੇ ਹੈ, ਬੜੇ ਨੂੰ ਰੁਲਾ ਦੇਣਗੇ। ਅੱਛੇ ਕਰਮ ਕਰੋ, ਸਾਧ ਸੰਗਤ ਦੀ ਸੇਵਾ, ਕਿਸੇ ਗਰੀਬ ਦਾ ਭਲਾ ਹੋ ਜਾਏ। ਅਗਰ ਪੈਸੇ ਹੈ ਤੇ ਕਿਸੇ ਥਾਂ ਸਿਰ ਵਰਤੋ ਨਾ ਉਹਨਾਂ ਨੂੰ, ਨਹੀਂ ਤੇ ਮਾਇਆ ਬਹੁਤ ਹੈ, ਕਿਸੇ ਨੂੰ ਟਿਕਣ ਨਹੀਂ ਦਿੰਦੀ ਹੈ ਮਾਇਆ ਜਿਹੜੀ ਹੈ। ਬੜੇ ਬੜੇ ਮਿੱਟੀ 'ਚ ਲਾ ਕੇ ਰੱਖ ਦਿੱਤੇ, ਬੜੇ ਬੜੇ ਜੇਲਾਂ ਵਿੱਚ ਪਹੁੰਚਾ ਦਿੱਤੇ। ਇਸ ਮਾਇਆ ਨੇ ਕਿਹੜੇ ਕੰਮ ਆਈ ਸਾਡੇ, ਕਿਹੜੇ ਕੰਮ ਆਈ ਸਾਡੇ? ਲੇਕਿਨ ਅਸੀਂ ਸੰਤ ਮਹਾਂਪੁਰਸ਼ ਜੋ ਗੁਰਬਾਣੀਆਂ ਦੁਆਰਾ ਸਾਨੂੰ ਸਮਝਾਉਂਦੇ ਆ, ਉਹ ਅਸੀਂ ਕਰਮ ਕਰਨੇ ਆ, ਅੱਛੇ ਕਰਮ ਕਰਨੇ ਆ, ਸਾਧ ਸੰਗਤ ਦੀ ਸੇਵਾ ਕਰਨੀ ਹੈ, ਗਰੀਬ ਦਾ ਭਲਾ ਕਰੋ। ਕੋਈ ਦੁਖੀ ਹੈ ਉਹਦਾ ਕੋਈ ਤੁਸੀਂ ਹੱਥ ਵਟਾ ਸਕਦੇ ਤਾਂ ਹੱਥ ਵਟਾਓ। ਮੈਂ ਪਹਿਲੇ ਵੀ ਦੱਸ ਚੁੱਕਾ ਕਿ ਕਿਸੇ ਨੂੰ ਅੰਨ ਦੇਣਾ ਜਿਹੜਾ ਬਹੁਤ ਵੱਡਾ ਪੁੰਨ ਹੈ, ਕਿ ਕਿਸੇ ਗਰੀਬ ਨੂੰ, ਭੁੱਖੇ ਨੂੰ ਰੋਟੀ ਦੇਣੀ, ਉਹਦੇ ਅੰਦਰੋਂ ਸੀਸ ਆਏਗੀ, ਤੁਹਾਨੂੰ ਸੀਸ ਦੇਗਾ ਉਹ। ਲੇਕਿਨ ਅਸੀਂ ਅੱਛੇ ਕਰਮ ਕਰਨੇ ਆ, ਮਾੜੇ ਕਰਮ ਨਹੀਂ ਕਰਨੇ। ਹਾਂਜੀ। संग चलिए हम भी चलना, दूर गवन सिर ऊपर मरना। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਸੰਗ ਚਲੀ ਹੈ ਹਮ ਵੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਸੰਗੀ ਸਾਥੀ ਜਾ ਰਹੇ ਨੇ, ਸਾਡੇ ਯਾਰ ਦੋਸਤ ਜਾ ਰਹੇ ਨੇ, ਸਾਡੇ ਅੱਖਾਂ ਦੇ ਦੇਖਦਿਆਂ ਦੇਖਦਿਆਂ ਦੁਨੀਆ ਜਾ ਰਹੀ ਹੈ, ਔਰ ਇਹਨਾਂ ਦੇ ਦੇਖਦਿਆਂ ਦੇਖਦਿਆਂ ਅਸੀਂ ਇੱਕ ਦਿਨ ਚਲੇ ਜਾਣਾ। ਭਾਈ ਕਿੰਨੇ ਰਹਿਣ ਦੇਣਾ ਸਾਨੂੰ ਇਸ ਦੁਨੀਆ ਵਿੱਚ? ਇਹ ਤੇ ਸਾਡਾ ਦੇਸ਼ ਹੀ ਨਹੀਂ, ਮੈਂ ਪਹਿਲੇ ਹੀ ਦੱਸ ਚੁੱਕਾ, ਸਾਡਾ ਦੇਸ਼ ਨਹੀਂ। ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਪਾਰ ਬ੍ਰਹਮ ਕਾ ਖੇਲ, ਦੀਵਾ ਬਲੇ ਅਗੰਮ ਕਾ ਬਿਨ ਬਾਤੀ ਬਿਨ ਤੇਲ। ਇੱਥੇ ਘਰਾਂ ਵਿੱਚ ਗਮ ਦੇ ਦੀਵੇ ਬਲ ਰਹੇ ਨੇ, ਹਰ ਘਰ ਵਿੱਚ ਗਮ ਹੈ। ਇੱਕ ਸੁਨੇਹਾ ਸੁੱਖ ਦਾ ਆ ਰਿਹਾ, ਦੁੱਖ ਦਾ ਮਗਰ ਹੀ ਆ ਰਿਹਾ। ਕਿੱਥੇ ਸੁਖੀ ਬੰਦਾ? ਅਸੀਂ ਉਸ ਦੇਸ਼ ਦੇ ਮਾਲਕ ਹੈ। ਇਹ ਸਾਡਾ ਦੇਸ਼ ਨਹੀਂ, ਇਹ ਕਾਲ ਦਾ ਦੇਸ਼ ਹੈ, ਦੁੱਖਾਂ ਦਾ ਦੇਸ਼ ਹੈ ਔਰ ਝੂਠ ਦਾ ਦੇਸ਼ ਹੈ। ਝੂਠ ਚੱਲਦਾ ਇਸ ਦੇਸ਼ ਦੇ ਵਿੱਚ, ਕਾਲ ਦੇ ਵਿੱਚ, ਕਾਲ ਦੇ ਦੇਸ਼ ਵਿੱਚ, ਲੇਕਿਨ ਉਹ ਸੱਚ ਦਾ ਦਰਬਾਰ ਹੈ। ਜੋ ਗੁਰੂ ਸਾਹਿਬ ਜੀ ਬਾਣੀ ਦੁਆਰਾ ਸਮਝਾ ਰਹੇ हैं, ਸੰਗ ਚੱਲੀ ਹੈ, ਸੰਗੀ ਸਾਥੀ ਜਾ ਰਹੇ, ਸਾਡੇ ਯਾਰ ਦੋਸਤ ਚਲੇ ਗਏ ਸਾਡੇ। ਕੋਈ ਘਰ ਐਸਾ ਨਹੀਂ ਜਿਹਨੇ ਕੋਈ ਆਪਣੇ ਜੀਵਨ ਵਿੱਚ ਜਿਹਨਾਂ ਦੇਖਿਆ ਹੋਵੇ ਕਿ ਕੋਈ ਨਾ ਕੋਈ ਜੀਵ ਨਾ ਘਰ ਚੋਂ ਗਿਆ ਹੋਵੇ, ਉਹਨਾਂ ਦੇ ਸਾਹਮਣੇ ਗਿਆ ਹੁੰਦਾ ਹੈ।
कौन लै गया? जिन तुम भेजे ते नहीं बुलाए। जिहड़ी मौत है एक यूनीवर्सल ट्रुथ है, अटल सच्चाई है, इस तो कोई नहीं बच सकता, कोई राजा फकीर कोई नहीं बच सकता, सारे ने जाना एक अटल सच्चाई। जदों असी दुनिया विच आए सी, असी आपे नहीं सी आए, सानू किसी ने भेजा सी दुनिया विच, फिर असी आए सी। मरण लिखाए मंडल में आए, क्यों रहिए चलना पड़थाए। मरण लिखा के आए सी, एक दिन असी आना है तुहाडे पास, मौत लिखा के आए सी, एक दिन असी मौत आनी साडे। मरण लिखाए मंडल में आए, क्यों रहिए चलना पड़थाए। वह गुरु साहब जी समझा रहे हैं कि संग चली है हम भी चलना, चले जाना सब ने। साढ़े देखद्या कितने जीव चले गए है। आ करोना दे विच कितना नुकसान होया लोगों का, चले गए। जड़ा भेजदा उही बुला लैंदा है, उसने बुलाया उही बुला के लै जांदा। जन तुम भेजे ते नहीं बुलाए, सुख सहज छेती कर आओ, वो बुला लैंदा, आ जा तेरा टाइम हो गया। छड्ड के चले जाते जी। बहाना कोई बन जाएगा, कोई उसनों कोई बुखार आ गया जां कोई होर रोग लग गया, बहाना बनेगा जान दा। हीले रिजक बहाने मौत, हीला करिए तो रिजक मिलता सानू, ने कहा बहाने नाल बंदे दी मौत हुंदी है। घरों देखो जा रहे हैं, घरों जाते हैं काम वास्ते, वापस ही नहीं आते। कौन लै गया उन्होंने? उसने लै जाना। गुरु साहब जी जो फरमा रहे हैं कि संग चली है हम भी चलना, दूर गगन सिर ऊपर मरना, बहुत दूर चले। उस वक्त सानू अपने कर्म के किते होए दा पछतावा होएगा जो लेखा जोखा होएगा। हाँ जी। जो कुछ बोया लुणिए सोई, तामे फेर फार कसोई। गुरु साहब जी बड़े प्यार के नाल फरमा रहे हैं, जो असी बीजांगे असी ओहो ही वढना। जो असी बीजते हैं, जे लोड़े दाख बजोरियां किकर बीजे जट, हंडे उन कताइंदा पैंदा लोड़े पट। माड़े कर्म करके असी सुख नहीं लै सकते। जे लोड़े दाख बजोरियां खाना चाहुंदे आ तो किकर उत्थे जट किकर बीजेगा तो मिल जाएगी उसनूं। माड़े कर्म करांगे तो सानूं सुख मिल जाएगा? नहीं मिलेगा सानूं सुख, दुख च रवांगे असी। कई जन्म तक सानूं तड़फना पेगा उस कर्म वास्ते। अच्छे कर्म करांगे तो अच्छा ही होएगा। जे फलदार बूटियां दी क्यारियां लावांगे तो सानूं फल मिलेगा। जे किकरां दे बूटे लावांगे असी, मेरे कहण दा भाव माड़े कर्म करांगे तो वो साडे अगे आके खड़े होणगे, दुख देणगे सानूं। जो गुरु साहब जी बाणी द्वारा समझा रहे हैं, ठीक समझा रहे हैं। हाँ जी। छाड़ो कूड़ पजो हर चरण, ताको मीटे जन्म और मरना। गुरु साहब जी बड़े प्यार के नाल फरमा रहे हैं, छाड़ो कूड़ भजो हर शरण। एक नाम तो बगैर सब कूड़ है। जो कुछ असी देख रहे हैं, एक दिन सब कूड़ हो जाना है। ਜਿਹੜੇ मकान देख रहे हैं भी एक दिन टह जाने, मिट्टी के बने हैं। जिन्हें जीव पैदा किए मालक ने, उन्हें भी एक दिन दुनिया तो चले जाना। छाड़ो कूड़, आओ सतगुरु की शरण। मौका मिलिया सानू, ये किसी जन्म में असी बंदगी नहीं कर सकते। एक सानू मनुष्य जन्म मिले, बड़ी सानू एक सुनहरी मौका मिले इस वेले। अगर ये गवा देवांगे तो साढ़े हथ नहीं आएगा। अज का दिन खत्म हो गया, एक दिन साडा होर जिंदगी चों कट गया। रोज़ साड़ी जिंदगी घट रही है, असी बड़े नहीं हो रहे। असी खुशियां नाल जन्मदिन मनाउने आ। विचार करके देखो कि छोटे होए कि बड़े होए। इन्नी उम्र साड़ी घट गई है ना, ये तो नहीं वापस आने लगी साढ़े पास। जी रह गई उन्हें संभाल लो। अज भी वक्त है साढ़े पास, कुछ नहीं बिगड़िया। आए साढ़े डुलिया बेरां का कुछ नहीं बिगड़िया, फिर इकट्ठे हो जाएंगे। असी करके तो देखो, जिन्हें नामदान लिया भाई ने बैठो, कोई होर भी किसी ने मनते होणगे, उस मालक नूं याद तो करिए, धन्नवाद तो करिए जिहड़ा सानूं रोजी रोटी दे रहा, सब कुछ दे रहा, जिंदगी दी जिस मालक ने सानूं इस दुनिया में लिया है। क्या उसनूं नहीं असीं याद करना चाहिए?
ਸਾਡਾ ਦੁਨੀਆ ਵਿੱਚ ਕੋਈ ਕੰਮ ਕਰ ਦਿੰਦਾ, ਅਸੀਂ ਸਾਰੀ ਉਮਰ ਉਸ ਨੂੰ ਯਾਦ ਰੱਖਦੇ ਹਾਂ। ਮੈਂ ਤੈਨੂੰ ਸਾਰੀ ਉਮਰ ਯਾਦ ਰੱਖਾਂਗਾ, ਤੂੰ ਮੇਰਾ ਕੰਮ ਕੀਤਾ। ਜਿਹੜਾ ਇਤਨਾ ਕੁਛ ਸਾਨੂੰ ਦੇ ਰਿਹਾ, ਸਭ ਕੁਛ ਦੇ ਰਿਹਾ ਮਾਲਕ, ਉਸ ਨੂੰ ਯਾਦ ਨਹੀਂ ਕਰਨਾ ਸੀ, ਫਿਰ ਅਸੀਂ ਬੇਈਮਾਨ ਨਹੀਂ, ਬੇਈਮਾਨ ਹੈ ਸੀ। ਔਰ ਇਹ ਫਿਰ ਇੱਕ ਦਿਨ ਇਹ ਹੋਣ ਦੀ ਪੁੱਲ ਜਿਹੜੀ ਆ ਬਹੁਤ ਮਹਿੰਗੀ ਪਏਗੀ ਸਾਨੂੰ ਕਿਸੇ ਦਿਨ। ਇਸ ਲਈ ਸਾਨੂੰ ਛਡਾਉਣ ਵਾਲਾ ਕੋਈ ਨਹੀਂ ਹੋਵੇਗਾ। ਕੌਣ ਜਾਏਗਾ ਸਾਨੂੰ ਛਡਾਉਣ ਵਾਸਤੇ? ਇੱਕ ਸਤਿਗੁਰ ਛਡਾ ਸਕਦਾ, ਉਸ ਰਸਤੇ ਜਾਣ ਹੀ ਨਹੀਂ ਦਿੰਦਾ। ਉਹ ਆਪਣੇ ਜੀਵਨ ਨੂੰ ਸੰਭਾਲ ਲੈਂਦਾ। ਦੇਖੋ ਜਲੰਧਰ ਦੇ ਲੋਕ ਬੈਠੇ ਹੋਣਗੇ ਇੱਥੇ, ਜਿਹੜੇ ਮੇਰੇ ਪਾਸ ਗਏ ਨੇ ਉੱਥੇ ਲੈ ਕੇ, ਜਿਹੜੇ ਜੀਵ ਗਏ ਨੇ, ਕਿਸ ਤਰ੍ਹਾਂ ਦਾ ਚਿਹਰਾ ਸੀ, ਲਾਲ ਚਿਹਰਾ ਸੀ ਉਹਨਾਂ ਦਾ। ਲੇਕਿਨ ਜਦੋਂ ਮਨਮੁਖ ਜੀਵ ਮਰਦਾ ਕਾਲਾ ਹੋ ਜਾਂਦਾ ਹੈ, ਉਹ ਤੜਫਦੇ ਆ, ਉਹ ਮੰਜੀਆਂ ਦੇ ਪਏ ਤੜਫਣ ਡੇ ਨੇ ਜਿਹੜਾ ਮਾੜੇ ਕਰਮ ਕੀਤੇ ਆ, ਲੇਕਿਨ ਜਾਨ ਨਹੀਂ ਛੁੱਟਦੀ। ਲੇਕਿਨ ਗੁਰਮੁਖ ਨਹੀਂ, ਗੁਰਮੁਖ ਆਏ ਜਾਏ ਨਿਸੰਗ। ਕਿਤਨੇ ਜੀਵ ਮੇਰੇ ਪਾਸ ਆਏ, ਅੱਜ ਵੀ ਉਹ ਬੰਦੇ ਇੱਥੇ ਹੈਗੇ ਜਿਹੜੇ ਲੈ ਕੇ ਆਏ ਸੀਗੇ, ਇੱਥੇ ਬੈਠੇ ਪਿੱਛੇ ਹੀ। ਪਰ ਕਿਸ ਤਰ੍ਹਾਂ ਉਹਨਾਂ ਦਾ ਮਾਤਾ ਪਿਤਾ ਕਿਸ ਤਰ੍ਹਾਂ ਗਏ, ਫੁੱਲਾਂ ਵਾਂਗੂ ਗਏ। ਰੰਗ ਸੋਹਣਾ, ਹਜ਼ੂਰ ਮਹਾਰਾਜ ਦੇ ਬਚਨ ਨੇ। ਸਾਡਾ ਸਿੱਖ ਕੋਈ ਵੀ ਨਾਮ ਜਪਣ ਵਾਲਾ ਜਾਏਗਾ, ਉਹਦਾ ਚਿਹਰਾ ਲਾਲ ਹੋ ਜਾਏਗਾ, ਚਿਹਰਾ ਬਦਲ ਜਾਏਗਾ ਉਹਦਾ। ਪਹਿਲੇ ਜ਼ਰੂਰ ਥੋੜ੍ਹੇ ਬਹੁਤ ਦੁੱਖ ਆ ਸਕਦੇ ਆ। ਕਿਉਂ ਆ ਸਕਦੇ ਆ? ਇਸ ਕਰਕੇ ਕਿ ਅਸੀਂ ਭਜਨ ਨਹੀਂ ਕੀਤਾ। ਉਹਨਾਂ ਨੂੰ ਸਫਾਈ, ਸਾਫ਼ ਰੂਹ ਉੱਥੇ ਜਾ ਸਕਦੀ ਹੈ, ਮੈਲੀ ਰੂਹ ਉਸ ਦੇਸ਼ ਵਿੱਚ ਨਹੀਂ ਜਾ ਸਕਦੀ। ਥੋੜ੍ਹਾ ਬਹੁਤ ਰਗੜਾ ਲੱਗੇਗਾ ਉਹਨਾਂ ਨੂੰ, ਫਿਰ ਸਾਫ਼ ਹੋ ਜਾਣਗੇ, ਫਿਰ ਆਪਣੇ ਦੇਸ਼ ਚਲੇ ਜਾਣਗੇ। ਗੁਰੂ ਸਾਹਿਬ ਜੀ ਜੋ ਬਾਣੀਆਂ ਦੁਆਰਾ ਸਮਝਾ ਰਹੇ ਨੇ, ਠੀਕ ਸਮਝਾ ਰਹੇ ਨੇ। ਹਾਂਜੀ, ਆਗੇ ਪੰਥ ਖਰਾ ਚੀਨਾ, ਖਾਂਡੇ ਤਾਰ ਜੈਸਾ ਹੈ ਪੈਣਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਅਗਲਾ ਮਾਰਗ ਤੇਰਾ ਬਹੁਤ ਚੀਨਾ ਹੈ, ਖਾਂਡੇ ਧਾਰ ਜੈਸਾ, ਖੰਡੇ ਦੀ ਧਾਰ ਵਾਂਗੂ ਤੇਰੇ ਚੱਲਣਾ। ਅਗਲਾ ਆਉਣ ਵਾਲਾ ਵਕਤ ਤੇਰੇ ਤੇ ਇਹੋ ਜਿਹਾ ਹੋਏ, ਖਾਂਡੇ ਧਾਰ ਜੈਸਾ ਪੈਣਾ। ਤਿੱਖਾ ਹੈ, ਔਖਾ ਹੈ। ਕਿਸ ਤਰ੍ਹਾਂ ਬਚਾਂਗੇ? ਕੌਣ ਬਚਾਏਗਾ ਸਾਨੂੰ? ਜਿਹੜਾ ਆਪ ਬਚਿਆ ਸੋ ਬਚਾਏਗਾ। ਜਿਹੜੇ ਗੁਰੂ ਆਪ ਬਚੇ ਆ ਉਹ ਬਚਾਏਗਾ, ਦੂਜਾ ਕੋਈ ਨਹੀਂ ਬਚਾ ਸਕਦਾ। ਆਪਣੇ ਆਪ ਨੂੰ ਤਾਂ ਬਚਾ ਨਹੀਂ ਸਕੇ, ਦੂਜਿਆਂ ਨੂੰ ਕਿੱਥੋਂ ਬਚਾ ਲੈਣਗੇ? ਉਹ ਜੋ ਪੜ੍ਹਿਆ ਸੋ ਪੜ੍ਹਾਏਗਾ, ਜਿਹਨੇ ਪੜ੍ਹਿਆ ਉਹ ਸਾਨੂੰ ਪੜ੍ਹਾ ਸਕਦਾ ਹੈ, ਜਿਹਨੇ ਦੇਖਿਆ ਸੋ ਦਿਖਾਏਗਾ। ਜਿਸ ਤਰ੍ਹਾਂ ਆਪ ਦੇਖਿਆ ਅੰਦਰ ਦਾ ਹਾਲ ਚਾਲ, ਉਹ ਸੰਤ ਮਹਾਂਪੁਰਸ਼ ਬਾਣੀਆਂ ਲਿਖੀਆਂ ਨੇ, ਸਭ ਕੁਛ ਲਿਖ ਕੇ ਨੇ, ਤੇ ਇਹ ਕੁਛ ਤੇਰੇ ਨਾਲ ਹੋਣਾ ਹੈ। ਆਓ ਅੱਜ ਤੋਂ ਹੀ ਅਸੀਂ ਜੇ ਪ੍ਰਣ ਕਰ ਲਈਏ ਆਪਣੇ ਆਪ ਦੇ ਵਿੱਚ, ਮਹਾਰਾਜ ਦੇ ਜਨਮ ਦਿਨ 'ਤੇ ਪ੍ਰਣ ਕਰ ਲਈਏ ਕਿ ਅਸੀਂ ਜ਼ਰੂਰ ਭਜਨ 'ਤੇ ਬੈਠਾਂਗੇ, ਯਾਦ ਕਰਾਂਗੇ ਤੁਹਾਨੂੰ। ਕਿਤਨਾ ਬੜਾ ਪਰਉਪਕਾਰ ਹੈ ਉਹਨਾਂ ਦਾ। ਮੈਂ ਪਹਿਲੇ ਵੀ ਦੱਸਿਆ ਹੈ ਕਿ ਉਸ ਵੇਲੇ ਕਿਸੇ ਨੂੰ ਕੋਈ ਬਾਣੀ ਪੜ੍ਹਨ ਦਾ ਹੁਕਮ ਨਹੀਂ ਸੀ ਹੁੰਦਾ ਜਦੋਂ ਉਹਨਾਂ ਨੇ ਆਪਣਾ ਟਾਈਮ ਲੰਘਾਇਆ। ਪਤਾ ਸਾਰਿਆਂ ਨੂੰ ਇਤਿਹਾਸ ਕਿੱਦਾਂ ਬਣਿਆ, ਲੇਕਿਨ ਸਾਡੇ ਵਾਸਤੇ ਉਹਨਾਂ ਸਭ ਕੁਛ ਕੀਤਾ। ਮੈਂ ਇੱਕ ਜਗ੍ਹਾ ਗਿਆ ਸੀ, ਸ਼ਾਇਦ ਨਿਊਜ਼ੀਲੈਂਡ ਸੀ, ਮੈਨੂੰ ਉਹ ਲੈ ਗਏ ਕੁਛ ਬੰਦੇ, ਚਲੋ ਮੈਂ ਵੀ ਆ ਜਾਂਦਾ ਤੁਹਾਡੇ ਕੋਲ ਬਈ। ਜਦੋਂ ਮੈਂ ਪਿਛਲੇ ਰਸਤੇ ਉਹਨਾਂ ਦੇ ਉੱਧਰ ਨੂੰ ਗਿਆ ਤਾਂ ਉੱਧਰ ਕੁਛ ਹੋਰ ਬਣਾ ਰਹੇ ਸੀ। ਮੈਂ ਪੁੱਛਿਆ ਬਈ ਕੀ ਬਣਾ ਰਹੇ ਹੋ? ਜਾਣਾ ਉਹਨਾਂ ਕਿੱਥੇ ਹੀ, ਕੜਾਹੀ ਛੱਡ ਕੇ ਮੈਂ ਉੱਪਰ ਹੀ ਚਲਾ ਗਿਆ। ਕਹਿੰਦੇ ਜੀ ਅਸੀਂ ਆਹ ਬਣਾ ਰਹੇ ਹਾਂ, ਪ੍ਰਸ਼ਾਦ ਬਣਾ ਰਹੇ ਹਾਂ। ਮੈਂ ਕਿਹਾ ਜੀਵ ਮਾਰ ਕੇ ਪ੍ਰਸ਼ਾਦ ਬਣਾ ਰਹੇ ਹੋ? ਉਹਨਾਂ ਨੂੰ ਮਾਰ ਕੇ ਵਿਚਾਰੇ ਜੀਵਾਂ ਨੂੰ ਤੇ ਪ੍ਰਸ਼ਾਦ ਬਣਾ ਰਹੇ ਆ। ਪ੍ਰਸ਼ਾਦ ਕਹਿੰਦੇ ਇਹਨੂੰ? ਅਸੀਂ ਜੀ ਕਦੀ ਕਦੀ ਬਣਾਉਂਦੇ ਆ। ਮੈਂ ਕਿਹਦੀ ਬਾਣੀ ਪੜ੍ਹਦੇ ਹੋ? ਗੁਰੂ ਰਵਿਦਾਸ ਦੀ। ਮੈਂ ਮੈਨੂੰ ਇੱਕ ਤੁਕ ਦੱਸ ਦੇ ਕਿੱਥੇ ਲਿਖਿਆ ਉਹਨਾਂ ਨੇ, ਕਿੱਥੇ ਲਿਖਿਆ? ਚੁੱਪ ਹੋ ਗਏ। ਕਹਿੰਦੇ ਜੀ ਅਸੀਂ ਪੜ੍ਹਿਆ ਨਹੀਂ ਹੈ। ਮੈਂ ਦੱਸ ਦਿੰਦਾ ਕਿੱਥੇ ਲਿਖਿਆ, ਕੀ ਲਿਖਿਆ ਉਹਨਾਂ ਨੇ। रविदास जीव को मारकर कैसे मिले खुदाए, रविदास जीव को मारकर कैसे मिले खुदाए, पीर पैगंबर औलिया कोई न काहू समझाए। किसी फीर फकीर ने यह नहीं किया तुसी ये काम करो, असी अपने स्वाद वास्ते खा रहे हैं कर रहे हैं, लेकिन उस लिहाज नहीं होना। फिर मैं क्या यार तुसी, मैंने पहले पता होंदा मैं ना ही आंदा इधर देखण तुहाडे इधर। नहीं सारे खाते हैं, हलाल खाते हैं। मैं रविदास मुंडी काट कर मूर्ख कहत हलाल, गला कटाओ अपना तांका होया है हाल। लोगों के गले ते छुरियां फेरते हैं बच्चों के, उन्होंने बिच भी जान प्राण है। जब तुहाडे गले ते छुरियां फेरियां पता तुहानूं फिर लगना। ये जिहड़ा प्रचार बंद कर दो। वो एक दो है कहते इन्होंने कित्थे बुला लिया तुहां, ये किद्दां खाना होना, खा लो। मैं क्या तुसीं बनाया, पर मैं गलती कर बैठा तुहाडे कोल आ गया, दोबारा नहीं मैं आवांगा तुहाडे कोल।
ਨਾਂ ਬਾਬਾ ਜੀ ਦਾ ਰੱਖਿਆ, ਜਿਨ੍ਹਾਂ ਨੂੰ ਦੁਨੀਆ ਸਲਾਮਾਂ ਕਰਦੀ ਹੈ। ਅੱਜ ਸਾਰੀ ਦੁਨੀਆ ਉਹਨਾਂ ਦਾ ਜਨਮ ਦਿਨ ਮਨਾ ਰਹੀ ਹੈ। ਐਸੇ ਮਹਾਂਪੁਰਸ਼ ਸਨ। ਕਿੱਥੇ ਮਿਲਦੇ ਇਹੋ ਜਿਹੇ ਮਹਾਂਪੁਰਸ਼ ਕਮਾਈ ਵਾਲੇ? ਉਹਨਾਂ ਦਾ ਨਾਂ ਲੈ ਕੇ ਅਸੀਂ ਪਾਪ ਕਰ ਰਹੇ ਹਾਂ। ਅਗਰ ਕੋਈ ਖਾਂਦਾ ਹੈ ਤਾਂ ਛੱਡ ਦਿਓ, ਇਹ ਬੜਾ ਵੱਡਾ ਪਾਪ ਹੈ ਕਿ ਜੀਵਾਂ ਨੂੰ ਛੋਟੇ ਛੋਟੇ ਨੂੰ ਮਾਰਨਾ। ਉਹ ਵੀ ਤਾਂ ਕਿਸੇ ਦੇ ਬੱਚੇ ਨੇ। ਸਾਡੇ ਬੱਚੇ ਨੂੰ ਕੋਈ ਉਂਗਲੀ ਲਾਵੇ ਤਾਂ ਅਸੀਂ ਉਹਦੇ ਗੱਲ ਪੈ ਜਾਂਦੇ ਹਾਂ, ਪਰ ਉਹ ਵਿਚਾਰੇ ਬੇਬਸ ਨੇ, ਬੇਜ਼ੁਬਾਨ ਨੇ, ਨਹੀਂ ਬੋਲਦੇ। ਪਰ ਲੇਖਾ ਜੋਖਾ ਹੋਏਗਾ ਇਹਨਾਂ ਦਾ। ਅੱਛੇ ਕਰਮ ਕਰੀਏ, ਇਹ ਚੀਜ਼ਾਂ ਨਾ ਵਰਤੀਏ, ਅਸੀਂ ਦੂਜਿਆਂ ਨੂੰ ਵੀ ਸਿੱਖਿਆ ਦੇਈਏ। ਹੋਰ ਵੀ ਕਈ ਧਰਮਾਂ ਦੇ ਲੋਕ ਹੈਗੇ ਨੇ, ਮਿਲਦੇ ਰਹਿੰਦੇ, ਮੈਨੂੰ ਕਹਿੰਦੇ ਕੀ ਹੋਣਾ, ਖਾਣ ਵਾਸਤੇ ਚੀਜ਼ਾਂ ਬਣੀਆਂ। ਮੈਂ ਖਾਓ, ਫਿਰ ਖਾਓ, ਆਪੇ ਪਤਾ ਲੱਗ ਜੂਗਾ। ਪੁੱਛ ਲੈਣਗੇ, ਵੀਰ ਜੀ ਭਰਾ ਜੀ ਬੈਠੇ ਅੱਗੇ ਮੁੰਗਲੇ ਲੈ ਕੇ ਪੁੱਛ ਲੈਣਾ ਉਹਨਾਂ ਨੇ ਸਭ ਕੁਝ। ਤੁਹਾਨੂੰ ਬੈਠੇ ਆ, ਉਹ ਛੱਡਣਗੇ ਨਹੀਂ। ਉਹ ਸਾਡੇ ਬੱਚੇ ਨੂੰ ਕੋਈ ਉਂਗਲ ਲਾਵੇ ਤਾਂ ਅਸੀਂ ਕਿੱਥੋਂ ਤੱਕ ਜਾਂਦੇ ਹਾਂ ਉਹਦੇ ਨਾਲ। ਠੀਕ ਹੈ, ਵਿਚਾਰੇ ਉਹ ਬੇਜ਼ੁਬਾਨ ਨੇ, ਨਹੀਂ ਬੋਲਦੇ ਹੋ, ਅਤੇ ਤੁਸੀਂ ਮਾਰ ਕੇ ਖਾ ਜਾਓਗੇ ਉਹਨਾਂ ਨੂੰ। ਪਰਮਾਤਮਾ ਨੇ ਜਿਨ੍ਹਾਂ ਨੂੰ ਜੀਵਾਂ ਨੂੰ, ਕੋਈ ਵੀ ਜੀਵ ਦੁਨੀਆ ਵਿੱਚ ਪੈਦਾ ਹੋਇਆ, ਮਾਲਕ ਨੇ ਜਿਹਨੂੰ ਜ਼ਿੰਦਗੀ ਦਿੱਤੀ ਹੈ, ਉਹਨੂੰ ਜੀਣ ਦਾ ਅਧਿਕਾਰ ਦਿੱਤਾ ਹੈ। ਤੁਸੀਂ ਕੌਣ ਮਾਰਨ ਵਾਲੇ? ਦੱਸ ਦਿਓ ਮੈਨੂੰ ਇੱਕ ਵਾਰੀ। ਮੁੜ ਕੇ ਦੁਬਾਰਾ ਨਹੀਂ ਉਹ ਮੇਰੇ ਪਾਸ ਆਏ। ਮੈਂ ਕਿਹਾ ਬਹੁਤ ਸੋਹਣਾ ਤੁਸੀਂ ਰੰਗ ਲਾਇਆ, ਇੱਧਰ ਤੁਸੀਂ ਕੜਾਈ ਰੱਖੀ ਹੈ, ਦੂਜੇ ਪਾਸੇ ਤੁਸੀਂ ਮਹਾਰਾਜ ਦਾ ਨਾਂ ਲੈ ਰਹੇ ਹੋ, ਗੁਰੂ ਰਵਿਦਾਸ ਜੀ ਮਹਾਰਾਜ ਦਾ, ਜਿਹਨਾਂ ਨੂੰ ਸਾਰੀ ਦੁਨੀਆ ਜਗਤ ਸਲਾਮ ਕਰਦਾ ਹੈ। ਇਹ ਉਹਨਾਂ ਦੇ ਨਾਂ 'ਤੇ ਬਣਾ ਰਹੇ ਹੋ ਤੁਸੀਂ ਇਹ ਪ੍ਰਸ਼ਾਦ। ਇਹ ਕਿਹੜਾ ਪ੍ਰਸ਼ਾਦ ਹੈ? ਨਹੀਂ, ਅੱਛੇ ਕਰਮ ਕਰਨੇ। ਆਪਣੇ ਬੱਚਿਆਂ ਨੂੰ ਵੀ ਕੋਈ ਮਾੜੀ ਚੀਜ਼ ਨਾ ਦਿਓ ਲਿਆ ਕੇ। ਬਸ ਤੁਹਾਡੇ ਖਾਣ ਵਾਸਤੇ ਮਾਲਕ ਨੇ 36 ਪਦਾਰਥ ਬਣਾਏ ਨੇ, ਜੋ ਮਰਜ਼ੀ ਖਾਓ ਤੁਸੀਂ। ਲੇਕਿਨ ਇਹ ਕੰਮ ਨਾ ਕਰਿਓ, ਇਹ ਪਾਪ ਨਾ ਕਰਿਓ, ਇਹਦੀ ਸਜ਼ਾ ਬਹੁਤ ਵੱਡੀ ਹੈ। ਜੋ ਗੁਰੂ ਸਾਹਿਬ ਜੀ ਬਾਣੀ ਦੁਆਰਾ ਸਮਝਾ ਰਹੇ ਨੇ, ਠੀਕ ਸਮਝਾ ਰਹੇ ਨੇ। ਹਾਂਜੀ, ਜਿਸ ਉਪਰ ਮਾਰਗ ਤੇਰਾ, ਪੰਥੀ ਪੰਥ ਸਵਾਰ ਸਵੇਰਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ ਕਿ ਤੇਰਾ ਪੰਥ ਹੀ ਜਿਹੜਾ ਬਹੁਤ ਖਤਰਨਾਕ ਹੈ, ਆਪਣਾ ਸੰਭਾਲ ਕਰ ਲੈ। ਕਿੱਦਾਂ ਤੂੰ ਉੱਥੇ ਲੰਘ ਕੇ ਜਾਏਂਗਾ? ਤੂੰ ਰਸਤਾ ਦੇਖ ਲਓ, ਖਾਂਡੇ ਤਾਰ ਜੈਸਾ ਹੈ ਪੈਨਾ, ਬੜਾ ਤਿੱਖਾ ਹੈ ਰਸਤਾ, ਤੇ ਸੋ ਉੱਪਰ ਮਾਰਗ ਹੈ ਤੇਰਾ। ਉਸ ਰਸਤੇ ਤੂੰ ਲੰਘ ਕੇ ਜਾਣਾ, ਕਿੱਦਾਂ ਜਾਏਂਗਾ? ਕੌਣ ਲੰਘਾਏਗਾ ਤੈਨੂੰ ਉੱਥੇ? ਅੱਛੇ ਕਰਮ ਲੈ ਕੇ ਜਾਣਾ। ਜਿਹੜਾ ਜੀਵ ਅੱਛੇ ਕਰਮ ਕਰਦਾ, ਹਰ ਇੱਕ ਦਾ ਭਲਾ ਸੋਚਦਾ, ਕੋਈ ਮਾੜਾ ਨਹੀਂ ਕਰਦਾ, ਉਹ ਸਦਾ ਸੁਖੀ ਰਹਿੰਦਾ ਹੈ। ਅਸੀਂ ਸੋਚਦੇ ਹਾਂ ਵੀ ਇਹ ਕੰਮ ਕਰ ਲਈਏ, ਇਹਨੂੰ ਕਰ ਲਈਏ, ਜੇ ਕਰ ਲਾਂਗੇ, ਉਹ ਕਰ ਲਾਂਗੇ। ਲੇਖਾ ਦੇਣਾ ਪੈਣਾ, ਇੱਕ ਦਿਨ ਲੇਖਾ ਦੇਣਾ ਪੈਣਾ ਹੈ। ਮੰਨਿਆ ਗੁਰੂ ਸਾਹਿਬ ਜੀ ਦੱਸ ਰਹੇ ਨੇ, ਉਹਨਾਂ ਦੀ ਬਾਣੀਆਂ ਦੱਸ ਰਹੀਆਂ ਨੇ। ਜੋ ਗੁਰੂ ਸਾਹਿਬ ਜੀ ਬਾਣੀ ਦੁਆਰਾ ਸਮਝਾ ਰਹੇ ਨੇ, ਠੀਕ ਸਮਝਾ ਰਹੇ ਹੈ। ਹਾਂਜੀ, ਕਿਆ ਤੈਂ ਖਰਚਾ, ਕਿਆ ਤੈਂ ਖਾਇਆ, ਚਲ ਦਰਹਾਲ ਦੀਵਾਨ ਬੁਲਾਇਆ। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਹੇ ਨੇ, ਕਿਆ ਤੈਂ ਖਰਚਾ, ਕਿਆ ਤੈਂ ਖਾਇਆ, ਚੱਲ ਦਰਹਾਲ ਦੀਵਾਨ ਬੁਲਾਇਆ। ਆਖਰੀ ਵਕਤ ਤੈਨੂੰ ਪੇਸ਼ ਕੀਤਾ ਜਾਏਗਾ, ਲੇਖਾ ਜੋਖਾ ਹੋਏਗਾ। ਦੱਸ ਕੀ ਕਰਕੇ ਆਇਆ? ਕਿੰਨੇ ਸਵਾਸੇ ਮੇਰੇ ਲਿਖੇ ਲਾਏ ਤੂੰ? 24,000 ਸਵਾਸ ਦਿਨੋਂ ਰਾਤ ਦਾ ਮਾਲਕ ਸਾਨੂੰ ਦੇ ਰਿਹਾ, ਫਰੀ ਦੇ ਰਿਹਾ। ਸਾਡੇ ਕੋਲ ਪੈਸੇ ਥੋੜ੍ਹੇ ਲੈ ਰਿਹਾ। ਜਿਹੜੇ ਅਸੀਂ ਸਾਹ ਲੈ ਰਹੇ ਹਾਂ, ਅਸੀਂ ਤਾਂ ਪੈਸੇ ਤਾਂ ਨਹੀਂ ਦਿੰਦੇ, ਪਰ ਕਿੰਨੇ ਲਿਖੇ ਉਹਦੇ, ਕਿੰਨੇ ਉਹਦੇ ਨਾਂ 'ਤੇ ਕਿੰਨੇ ਲਿਖੇ ਲਾਏ, ਕਿੰਨਾ ਤੂੰ ਯਾਦ ਕੀਤਾ ਸੀ? ਕੀ ਜਵਾਬ ਹੋਏਗਾ ਸਾਡੇ ਪਾਸ ਉਸ ਵੇਲੇ? ਉਸ ਵੇਲੇ ਸਾਨੂੰ ਦਰਗਾਹ ਦੇ ਵਿੱਚ ਸ਼ਰਮਿੰਦਾ ਹੋਣਾ ਪਏਗਾ। ਜਦੋਂ ਕੋਈ ਗਲਤ ਕੰਮ ਕਰ ਲੈਂਦਾ, ਉਹਨੂੰ ਪੇਸ਼ ਕਰਦੇ ਆ, ਜਦੋਂ ਪੁਲਿਸ ਵਾਲੇ ਲੈ ਜਾਂਦੇ ਆ ਪਕੜ ਕੇ, ਮਹਿਕਮੇ ਵਾਲੇ, ਉਹ ਕਿੰਨਾ ਪਛਤਾਵਾ ਕਰਦਾ ਉਸ ਵੇਲੇ। ਤੇ ਮੈਂ ਕਾਹਨੂੰ ਕਰ ਬੈਠਾ, ਜੇ ਮੈਂ ਨਹੀਂ ਕਰਦਾ ਤਾਂ ਖਰੇ ਚੰਗਾ ਹੁੰਦਾ। ਇਹ ਮਤ ਸੋਚੋ, ਜੋ ਗੁਰਬਾਣੀ ਦੱਸ ਰਹੀ ਹੈ, ਠੀਕ ਦੱਸ ਰਹੀ ਹੈ ਕਿ ਇੱਕ ਦਿਨ ਉਹ ਲੇਖਾ ਹੋਣਾ। ਕੀ ਜਵਾਬ ਦੇਗਾ? ਕਿਹਨੂੰ ਆਵਾਜ਼ ਮਾਰੇਗਾ? ਕੌਣ ਤੈਨੂੰ ਛਡਾਏਗਾ? ਕੋਈ ਰੱਖਿਆ ਨਹੀਂ। ਅਸੀਂ ਛੋਟੇ ਛੋਟੇ ਬੱਚਿਆਂ ਜੀਵਨ ਨੂੰ ਮਾਰ ਕੇ ਖਾ ਰਹੇ ਹਾਂ। ਅਸੀਂ ਉਹਨਾਂ ਵਿੱਚ ਵੀ ਪ੍ਰਾਣ ਨੇ, ਉਹਨਾਂ ਵਿੱਚ ਵੀ ਜਾਨ ਹੈ। ਸਾਡੇ ਉਂਗਲ ਨੂੰ ਕਦੇ ਕੰਡਾ ਚੁੱਭ ਜੇ ਤੇ ਅਸੀਂ ਕਿੰਨਾ ਦੁੱਖ ਮਨਾਉਂਦੇ ਹਾਂ। ਲੇਕਿਨ ਜਿਹਨਾਂ ਦੀ ਅਸੀਂ ਸਿਰ ਹੀ ਲਾ ਦਿੰਦੇ ਹਾਂ ਅੱਧੇ ਅੱਧੇ, ਤੇ ਫਿਰ ਆਪਣੇ ਬੱਚਿਆਂ ਨੂੰ ਖਵਾ ਰਹੇ ਹਾਂ, ਪਾਪ ਕਰ ਰਹੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਖਵਾ ਰਹੇ ਹਾਂ, ਦੂਜੇ ਦੇ ਬੱਚਿਆਂ ਨੂੰ ਮਾਰ ਕੇ। ਪਾਪ ਹੈ, ਇਹ ਨਹੀਂ ਕਰਨਾ ਚਾਹੀਦਾ ਸਾਨੂੰ। ਅਗਰ ਕਰਦੇ ਆ ਕੋਈ ਤਾਂ ਹਟ ਜਾਓ।
ਅੱਛੇ ਕਰਮ ਕਰਿਓ, ਜੋ ਮਰਜ਼ੀ ਖਾਓ ਪੀਓ, ਬੜੇ ਛੱਤੀ ਪਦਾਰਥ ਮੈਂ ਦੱਸਿਆ ਮਾਲਕ ਨੇ ਬਣਾਏ ਨੇ ਆਪਣੇ ਘਰ ਵਿੱਚ, ਬੱਚਿਆਂ ਨੂੰ ਦਿਓ, ਮਾੜੀਆਂ ਚੀਜ਼ਾਂ ਨਾ ਦਿਓ। ਬੱਚੇ ਗਲਤ ਪਾਸੇ ਚਲੇ ਜਾਣਗੇ, ਫਿਰ ਕਾਬੂ ਵੀ ਨਹੀਂ ਆਉਣੇ। ਆਪਣੇ ਬੱਚਿਆਂ ਦੀ ਸੰਭਾਲ ਰੱਖੋ, ਆਪਣੀ ਸੰਭਾਲ ਰੱਖੋ। ਜੋ ਗੁਰੂ ਸਾਹਿਬ ਜੀ ਬਾਣੀ ਦੁਆਰਾ ਸਮਝਾ ਰਹੇ ਨੇ, ਸਾਨੂੰ ਸਿੱਖਿਆ ਦੇ ਰਹੇ ਨੇ ਕਿਤਨੀ ਬੜੀ, ਵੀ ਉੱਥੇ ਜਾ ਕੇ ਤੂੰ ਕੀ ਮੂੰਹ ਲੈ ਕੇ ਜਾਏਗਾ, ਕੀ ਦੱਸਾਂਗੇ ਜਾ ਕੇ ਅਸੀਂ ਕੀ ਕਰਕੇ ਆਏ ਹਾਂ, ਅਸੀਂ ਕਿੰਨਾ ਭਜਨ ਕੀਤਾ ਸੀ, ਕਿੱਡੀ ਵੱਡੀ ਰਾਤ ਹੁੰਦੀ ਹੈ ਸਾਡੇ ਪਾਸ, ਕਿੱਡਾ ਵੱਡਾ ਦਿਨ ਹੁੰਦਾ ਹੈ। ਨਿੰਦਿਆ ਚੁਗਲੀ ਵਿੱਚ ਅਸੀਂ ਸਾਰਾ ਦਿਨ ਕੱਢ ਦਿੰਦੇ ਹਾਂ। ਨਿੰਦਿਆ ਕਰਨੀ ਇੱਕ ਦੂਜੇ ਦੀ, ਹਜ਼ੂਰ ਮਹਾਰਾਜ ਦੱਸਦੇ ਹੁੰਦੇ ਸੀ, ਇਹ ਇੰਨਾ ਕਿਹਦਾ ਸਾਨੂੰ ਮਿਲਦਾ ਹੈ ਵੀ ਆਪਣੇ ਘਰ ਦਾ ਕੂੜਾ ਚੁੱਕ ਕੇ ਦੂਜੇ ਦੇ ਘਰ ਸੁੱਟ ਦਿਓ, ਜਾਂ ਦੂਜੇ ਦੇ ਘਰ ਦਾ ਕੂੜਾ ਆਪਣੇ ਘਰ ਵਿੱਚ ਲੈ ਆਓ। ਨਿੰਦਿਆ ਬੁਰੀ ਜਗ ਮਾਹੀ, ਪਾਪੀ ਕੀ ਵੀ ਕਰਨੀ ਨਾਹੀ। ਕਿਉਂ ਕਰਨੀ ਕਿਸੇ ਦੀ ਨਿੰਦਿਆ ਸੀ? ਠੀਕ ਹੈ, ਕਿਸੇ ਨੇ ਕੀਤਾ ਪਾਪ ਤੇ ਆਪੇ ਭੁਗਤੇ, ਅਸੀਂ ਕਿਉਂ ਦੀ ਨਿੰਦਿਆ ਕਰਦੇ ਹਾਂ? ਆਪਣੇ ਉੱਤੇ ਨਾ ਲਿਆਓ। ਨਿੰਦਿਆ ਬੁਰੀ ਜਗ ਮਾਹੀ, ਪਾਪੀ ਕੀ ਵੀ ਕਰਨੀ ਨਾਹੀ। ਅੱਛੇ ਕਰਮ ਕਰਾਂਗੇ ਜਦੋਂ ਅਸੀਂ, ਸਾਨੂੰ ਆਪੇ ਸੋਝੀ ਆ ਜਾਏਗੀ, ਆਪੇ ਸਾਨੂੰ ਰਸਤਾ ਦਿਸਣਾ ਸ਼ੁਰੂ ਹੋ ਜਾਏਗਾ। ਬੈਠੀਏ ਤਾਂ ਸਹੀ, ਜ਼ਰੂਰ ਬੈਠੇ ਹੋ। शायद 2-3 साल बाद मैं आया थे, उनके पहले आ गए सी, कोरोना हो गया सी, कई बार नहीं आया गया। अज मैं संगत का दरबार देख के बड़ा खुश हाँ। बाबा जी का दरबार, बाबा जी थोड़े दरबार में देखो कितनी संगत बैठी है, थोड़ा गुणगान कर रही है, थोड़े जन्मदिन मना रही है, और कितनी खुशियां नाल शब्द पढ़ती है संगत। थोड़े बच्चे ने, असी थोड़ा अगे चलांगे, वो भी साड़ा साथ देंगे। अच्छे कर्म, किसी को माड़ा नहीं बोलना, किसी को बुरा भला नहीं कहना, एक पाप नहीं करना, ये ना करियो। जो गुरु साहब जी बाणी द्वारा समझा रहे हैं, ठीक समझा रहे हैं। हाँ जी। साहेब तो पे लेखा लेसी, पीड़ पड़े फिर पर परदेसी। गुरु साहब जी बड़े प्यार दे नाल फरमा रहे हैं, ये तू मत सोची मेरे को लेखा नहीं लेना। गुरबाणी दस रही, साहिब तोपे लेखा लेसी, भीड़ पड़े पर परदेसी। उन्हें लेखा लेना है। देखो कई जीव ऐसे होंगे जदों वो मरदे है, मंजियां ते तड़फदे है, जान नहीं छुटती उन्होंने, हस्पतालों में पे है, पैसा भी ला रहे हैं, नहीं जान छुट रही, लेखा जोखा हो रहा है। असी कोई लेखा इहो जिहा बनाना ही नहीं, इहो जे कर्म ही नहीं करने जिहदे नाल सानूं कोई दुख आवे। साहिब तो पे लेखा लेसी, पीड़ पड़े पर परदेसी। वो दिन आना है, और लेखा मंगिया फिर साढ़े को दिता भी नहीं जाना। असी कोई ऐसा कर्म करिए ही ना जिहदे नाल साडा कोई लेखा जोखा बन जाए और सानूं दुख आउण। बंदगी विच बड़ी पावर है, नाम दे विच बड़ी पावर है। जमीन और समान उस नाम ने खड़ा किया होया, ਉਹਦੇ ਆਸਰੇ ਤੇ ਖੜਾ ਹੈ, ਔਰ ਉਹ ਸਭ ਜਾਣਦਾ ਹੈ, ਪਤਾ ਉਸਨੂੰ ਸਭ ਕੁਝ। ਸਾਨੂੰ ਪੈਦਾ ਤਾਂ ਉਹਨੇ ਹੀ ਕੀਤਾ ਨਾ, ਉਹਨੂੰ ਪਤਾ ਹੈ। ਅਸੀਂ ਛੁਪ ਛੁਪ ਕੇ ਕਰਾਂਗੇ ਕੋਈ ਕਰਮ, ਕਿਹੜਾ ਕੋਈ ਦੇਖਦਾ ਹੈ, ਪਰ ਉਹ ਤਾਂ ਦੇਖਦਾ ਹੈ। ਸਤਿਗੁਰ ਜਾਗਦਾ ਹੈ, ਸੌਂਦਾ ਨਹੀਂ। ਇਸ ਕਰਕੇ ਅਸੀਂ ਇਹੋ ਜਿਹੇ ਕਰਮ ਨਹੀਂ ਕਰਦੇ ਜੋ ਗੁਰੂ ਸਾਹਿਬ ਜੀ ਬਾਣੀ ਦੁਆਰਾ ਸਮਝਾ ਰਹੇ ਨੇ, ਠੀਕ ਸਮਝਾ ਰਹੇ ਨੇ। ਹਾਂਜੀ। जन्म सिराना किया पसारा, सूझ पर्यो चहो दिस अंधियारा। गुरु साहब जी बड़े प्यार दे नाल फरमा रहे ने, जन्म सिराना। अपने आप नूं असीं संभालिया नहीं, वक्त गवा लिया अपना। वक्त बीतन तो बाद पछतावा करना पैंदा है, पर पछतावे का कोई फायदा नहीं रह जाता। हुण साडे पास वक्त है, सानू मालक ने जन्म दिता है, सब दिता है, सारी सोझी दिती है, झूठ सच का पता है, अच्छे बुरे का पता है, फिर भी असी कोई पाप करते हाँ तो बहुत बड़े असी दोषी हाँ। ये मत सोचे कोई। देखते हैं असी हस्पतालों में भी कई बार मैं जाना पैंदा, मैंने कोई किसी बंदे वास्ते देखने वास्ते, तड़फण डे होंदे आ, लत्तां मारदे चुक चुक के, लत्तां चुक चुक के मारदे, पर लेखा जोखा नहीं हो रहा। जदों होएगा अदों उसकी जान छुटेगी, उस तो पहला उसकी जान नहीं छुटेगी। जो गुरु साहब जी बाणी द्वारा समझा रहे हैं,
ठीक समझा रहे हैं। हाँ जी। कह रविदास अज्ञान दीवाना, अजहुन चेतस नीफंद खाना। गुरु साहब जी बड़े प्यार दे नाल समझा रहे ने, कह रविदास ज्ञान दीवाना, नी अजहुन चेतस नी फंद खाना। इन्ना कुछ होंदिया होया भी अजे भी सासी उत्थे ही बैठे, पढ़ भी रहे हैं, रोज़ बाणियां भी पढ़ रहे हैं, सुन भी रहे हैं, अर्थ भी कर रहे हैं, लेकिन असी अपने उन्हां कामां तो हटे नहीं। हट जावांगे तो देखियो सुख कितना मिलता है। साढ़े अंदरों बीमारियां निकल जाणगियां, दुख देण वालियां अंदर ही बैठियां ने साडे, इहो ही दुख दिंदियां सानू। अच्छे कर्म का अच्छा नतीजा है, बुरे कर्म का बुरा नतीजा है। किसी का धोखा ना करिए, नहीं जावांगे। जो गुरु साहब जी बाणी द्वारा समझा रहे हैं, ठीक समझा रहे हैं। हाँ जी। कह रविदास अज्ञान दीवाना, अजहुन चेतस नीफंद खाना।